सच्चे तख्त निवास सच तपावस करियो। सच सिरजियो संसार आप अभुल ना भुलो। रतन नाम आपार कीम न पवै अमूल्यो। जिह कृपाल होयो गोबिंद सर्व सुख तिन्हू पाए। हर गुरु नानक जिन परस्यो ते बहुड़ फिर जोन न आए। हर गुरु नानक जिन परस्यो ते बहुड़ फिर जोन न आए। वाहिगुरु साहिब जी तनासरी महला पंजवा। औखी घड़ी न देखन देई अपना बिरद संभाले। हाथ दे राखै अपने को सास सास प्रतिपाले। औखी घड़ी न देखन देई अपना बिरद संभाले। हाथ दे राखै अपने को सास सास प्रतिपाले। प्रभ स्यो लाग रहो मेरा चीत। आद अंत प्रभ सदा सहाई। तन हमारा मीत रहा। मन बिलास भय साहिब के अचरज देख बढ़ाई। हर सिमर सिमर आनंद कर नानक प्रभ पूरन पैज रखाई। मन बिलास भय साहिब के अचरज देख बढ़ाई। हर सिमर सिमर आनंद कर नानक प्रभ पूरन पैज रखाई। वाहिगुरु जी का खालसा वाहिगुरु जी की फतेह। तख्त चबर दे मालिक गुरबानी गुरु श्री गुरु ग्रंथ साहिब महाराज जी दे ज्ञान प्रकाश अंदर बाला प्रीतम श्री गुरु हरकृष्ण महाराज जी दे पावन पवित्र स्थान ते सुशोभित अते यात्रा कर रहे वडभागी सतसंगी जनों, अगले समय लिए आप जी नूं सिख पंथ दे महान विद्वान परम सत्कारयोग ज्ञानी कुलवंत सिंह जी लुधियाने वाले, जो लड़ीवार गुरु तेग बहादुर महाराज जी दे पावन कलाम दी व्याख्या चल रही है, आप जी नूं लड़ीवार कथा विचार नाल निहाल करनगे। साहिब श्री गुरु तेग बहादुर महाराज जी का शहीदी दिहाड़ा जो 12 तरीक नूं आ रहा है, 12 तरीक नूं दिल्ली सिख गुरुद्वारा प्रबंधक कमेटी वालों हजूर जी के शहीदी अस्थान तो नगर कीर्तन सुबह आरंभ होएगा, जिसकी संपूर्णता गुरुद्वारा श्री रकाबगंज साहिब विखे शाम नूं होएगी। आप जी नूं बेनती है, आप जी ने परिवारां दे समेत नगर कीर्तन में हाजरियां भरन की कृपालता करनी।
13 ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਰਕਾਬਗੰਜ ਸਾਹਿਬ ਲੱਖੀ ਸਾਹਿਬ ਨਜ਼ਾਰਾ ਹਾਲ ਵਿਖੇ ਦੀਵਾਨ ਸੱਜਣਗੇ। ਇਹਨਾਂ ਦੀਵਾਨਾਂ ਅੰਦਰ ਵੀ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਦਿੱਲੀ ਵਿੱਚ ਇਤਿਹਾਸਕ ਸਥਾਨ ਨੇ ਉਹਨਾਂ ਸਥਾਨਾਂ 'ਤੇ ਵੀ ਗੁਰਮਤਿ ਸਮਾਗਮ ਹੋ ਰਹੇ ਹਨ। 11 ਦਸੰਬਰ ਨੂੰ ਸ਼ਾਮ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 5:45 ਤੋਂ ਲੈ ਕੇ 12 ਵਜੇ ਤੱਕ ਦੀਵਾਨ ਸੱਜਣਗੇ। 11 ਤਰੀਕ ਨੂੰ ਪੰਥ ਦੇ ਪ੍ਰਸਿੱਧ ਕੀਰਤਨੀਏ ਕਥਾਵਾਚਕ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ, ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। 12 ਦਸੰਬਰ ਨੂੰ ਸਵੇਰੇ ਫਿਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਦੇ 1:15 ਵਜੇ ਤੱਕ ਦੀਵਾਨ ਸੱਜਣਗੇ। ਇਹਨਾਂ ਦੀਵਾਨਾਂ ਅੰਦਰ ਵੀ ਪੰਥ ਦੇ ਪ੍ਰਸਿੱਧ ਕੀਰਤਨੀਏ ਕਥਾਵਾਚਕ ਖਾਸ ਤੌਰ ਤੇ ਭਾਈ ਪਿੰਦਰਪਾਲ ਸਿੰਘ ਜੀ, ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਉਹ ਵੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਔਰ 12 ਤਰੀਕ ਸ਼ਾਮ ਨੂੰ ਇਸ ਪਾਵਨ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 5 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਦੀਵਾਨ ਸੱਜਣੇ ਨੇ। ਇਹਨਾਂ ਦੀਵਾਨਾਂ ਅੰਦਰ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਪ ਜੀ ਨੂੰ ਗਿਆਤ ਹੀ ਹੈ ਕਿ ਸੰਤ ਬਾਬਾ ਬਚਨ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲੇ ਬੇਅੰਤ ਗੁਰਦੁਆਰਿਆਂ ਦੀ ਸੇਵਾ ਕਰਵਾ ਰਹੇ ਨੇ ਔਰ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਵੀ ਮਹਾਂਪੁਰਖ ਕਰਵਾ ਰਹੇ ਨੇ। ਇਹ ਸੇਵਾ ਅੰਦਰ ਤਨ ਮਨ ਧਨ ਰਾਹੀਂ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ ਚੌਂਕ ਮਹਿਤਾ, ਉਹਨਾਂ ਵੱਲੋਂ ਵੀ ਬੰਗਲਾ ਸਾਹਿਬ ਵਿਖੇ ਸੇਵਾ ਚੱਲ ਰਹੀ ਹੈ। ਇਹ ਸੇਵਾ ਅੰਦਰ ਵੀ ਆਪ ਜੀ ਨੇ ਜ਼ਰੂਰ ਲਾਹਾ ਪ੍ਰਾਪਤ ਕਰਨਾ ਜੀ। ਆਓ ਅਗਲੇ ਸਮੇਂ ਲਈ ਪੰਥ ਦੇ ਪ੍ਰਸਿੱਧ ਵਿਦਵਾਨ ਸ਼੍ਰੀਮਾਨ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਸ਼ਬਦ ਦੀ ਵਿਚਾਰ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਠੀਕਰ ਹੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸੋ ਕਹੋ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਨਾਵਾ।
ਹਰ ਕੇ ਨਾਮ ਬਿਨਾ ਦੁਖ ਪਾਵੈ। ਭਗਤ ਬਿਨਾ ਸਹਸਾ ਨਹਿ ਚੂਕੈ। ਗੁਰ ਇਹ ਭੇਦ ਬਤਾਵੈ। ਰਹਾਉ ਕਹਾ ਭਇਓ ਤੀਰਥ ਬ੍ਰਤ। ਕੀਏ RAM ਸਰਨ ਨਹੀਂ ਆਵੈ। ਜੋਗ ਜਗ ਨਿਹਫਲ ਤਿਹ ਮਾਨੋ। ਜੋ ਪ੍ਰਭ ਜਸ ਬਿਸਰਾਵੈ। ਮਾਨ ਮੋਹ ਦੋਨੋ ਕਉ ਪਰ ਹਰ। ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਜੀਵਨ ਮੁਕਤ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੂਹ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਚੱਲ ਰਹੇ ਸਤਿਗੁਰੂ ਜੀ ਦੇ ਸਜੇ ਹੋਏ ਦਰਬਾਰ ਵਿੱਚ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਿਤਨੇਮ ਦੇ ਪਾਠ ਆਪ ਜੀ ਸਰਵਣ ਕਰ ਰਹੇ ਹੋ ਔਰ ਜਿੱਥੇ ਆਪ ਜੀ ਇਸ ਅਸਥਾਨ ਤੇ ਆ ਕੇ ਨਤਮਸਤਕ ਹੋਏ ਹੋ ਉੱਥੇ ਦੂਰ ਦਰਾਡੇ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਟਾਈਮ ਟੀਵੀ ਚੈਨਲ ਰਾਹੀਂ ਗੁਰੂ ਜਸ ਸਰਵਣ ਕਰਕੇ ਗੁਰੂ ਚਰਨਾਂ ਨਾਲ ਜੁੜ ਬੈਠੇ ਹੋ। ਸਤਿਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਬਚਿੱਤਰ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਅੱਜ ਦਾ ਸ੍ਰੀ ਮੁਖ ਵਾਕ ਸਰਵਣ ਕਰਵਾਇਆ ਹੈ। ਜਿਵੇਂ ਆਪ ਜੀ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 12 ਦਸੰਬਰ ਨੂੰ ਆ ਰਿਹਾ ਔਰ ਉਸ ਸਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਨਗਰ ਕੀਰਤਨ ਦੀਵਾਨ ਸਜਨੇ ਹਨ ਔਰ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ। ਦਾਸ ਨੂੰ ਆਪ ਸੰਗਤ ਦਾ ਹੁਕਮ ਦਿੱਤਾ ਗਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋ ਉਹਨਾਂ ਨੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 59 ਸ਼ਬਦ ਉਚਾਰਨ ਕੀਤੇ ਹਨ। ਜਿਵੇਂ ਆਪ ਜੀ ਦੇ 57 ਸ਼ਲੋਕ ਹਨ ਇਸ ਤਰ੍ਹਾਂ 59 ਸ਼ਬਦ ਉਹਨਾਂ ਦੀ ਆਪਾਂ ਲਗਾਤਾਰ 3 ਤਰੀਕ ਤੋਂ ਲੈ ਕੇ ਲੜੀਵਾਰ ਰੂਪ ਵਿੱਚ 5-5 6-6 ਸ਼ਬਦ ਕਰਕੇ ਆਪ ਜੀ ਦੇ ਉਪਦੇਸ਼ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹਾਂ। 12 ਤਰੀਕ ਤੱਕ ਇਹ ਵਿਚਾਰ ਚੱਲਣੀ ਹੈ। ਸੋ ਆਓ ਇੱਕ ਵਾਰੀ ਫਿਰ ਮਨੋਬਿਰਤੀਆਂ ਨੂੰ ਗੁਰੂ ਸ਼ਬਦ ਦੇ ਨਾਲ ਜੋੜੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਹੁਤ ਘੱਟ ਬੋਲੇ, ਬਹੁਤ ਘੱਟ ਲੋਕਾਂ ਦੇ ਨਾਲ ਉਹਨਾਂ ਦਾ ਯਾਨੀ ਕਿ ਬਾਹਰਮੁਖੀ ਪ੍ਰਵਿਰਤੀ ਬੜੀ ਘੱਟ ਸੀ। ਭਗਤੀ ਭਾਵ ਵਿੱਚ ਰਹਿਣਾ, ਵਿਰਾਗ ਵਿੱਚ, ਤਿਆਗ ਵਿੱਚ ਰਹਿਣਾ, ਇਹੀ ਕਾਰਨ ਸੀ ਕਿ ਉਹ ਵਿਰਾਗ, ਤਿਆਗ ਤੇ ਭਗਤੀ ਵਾਲਾ ਜਿਹੜਾ ਸਰੀਰ ਸੀ ਜਦੋਂ ਉਹਦੀ ਕੁਰਬਾਨੀ ਹੋਈ ਉਸ ਕੁਰਬਾਨੀ ਨੇ ਇਸ ਜ਼ੁਲਮ ਰਾਜ ਦੀ ਜੜ ਨੂੰ ਪੁੱਟ ਦਿੱਤਾ, ਖਤਮ ਕਰ ਦਿੱਤਾ। ਜਿੱਥੇ ਆਪ ਜੀ ਨੇ ਕੁਰਬਾਨੀ ਕੀਤੀ ਉੱਥੇ ਸਾਧ ਸੰਗਤ ਜੀ ਹਜ਼ੂਰ ਨੇ ਆਪਣੀ ਜ਼ਿੰਦਗੀ ਦੇ 27 ਸਾਲ ਬਾਬੇ ਬਕਾਲੇ ਦੀ ਧਰਤੀ ਤੇ ਬੰਦਗੀ ਕਰਦਿਆਂ ਸਿਮਰਨ ਕਰਦਿਆਂ ਬਿਤਾਏ। ਉਹਦੇ ਵਿੱਚੋਂ ਜਿਹੜੇ ਤਜਰਬੇ ਪੈਦਾ ਹੋਏ, ਜਿਹੜੇ ਉਹਨਾਂ ਨੇ ਆਪ ਹੰਢਾ ਕੇ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਉਹਨੂੰ ਫਿਰ ਹਜ਼ੂਰ ਨੇ ਬਾਣੀ ਦੇ ਰੂਪ ਵਿੱਚ ਉਚਾਰਨ ਕੀਤਾ। ਗੁਰੂ ਸਾਹਿਬ ਦੇ ਬਚਨ ਸਰਵਣ ਕਰੀਏ ਜੀ। ਬਿਲਾਵਲ ਮਹੱਲਾ ਨਾਵਾ। ਬਿਲਾਵਲ ਰਾਗ ਵਿੱਚ
9ਵੇਂ ਮਹੱਲੇ ਵਿੱਚ 9ਵੇਂ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਹਰ ਕੇ ਨਾਮ ਬਿਨਾ ਦੁਖ ਪਾਵੈ। ਕਿਸੇ ਨੇ ਸਵਾਲ ਕੀਤਾ, ਸਾਰਿਆਂ ਦਾ ਸਵਾਲ ਹੈ ਕਿ ਦੁੱਖ ਕਿਉਂ ਆਉਂਦਾ ਹੈ, ਦੁੱਖ ਆਉਣ ਦਾ ਕਾਰਨ ਕੀ ਹੈ। ਹਟਾਉਣ ਦਾ ਉਪਰਾਲਾ ਤੇ ਸਾਰੇ ਹੀ ਕਰਨੇ ਆ, ਪਰ ਆਉਂਦਾ ਕਿਉਂ ਹੈ। ਬੁਖਾਰ ਨੂੰ ਲਾਉਣ ਦਾ ਉਪਰਾਲਾ ਗੋਲੀਆਂ ਤੇ ਸਾਰੇ ਖਾਂਦੇ, ਪਰ ਇਹ ਕਦੀ ਨਹੀਂ ਸੋਚਿਆ ਵੀ ਬੁਖਾਰ ਚੜ੍ਹਦਾ ਕਿਉਂ ਹੈ। ਕੋਈ ਗੜਬੜ ਹੋਏਗੀ ਖਾਣ ਪੀਣ ਦੇ ਵਿੱਚ, ਕੋਈ ਮੌਸਮ ਦੇ ਵਿੱਚ, ਕੋਈ ਮੱਛਰ ਮੱਖੀ ਵੱਢਦਾ ਹੋਵੇਗਾ, ਕੋਈ ਕਾਰਨ ਹੋਵੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਸਿੱਖ ਨੇ ਸਵਾਲ ਕੀਤਾ, ਦੁੱਖ ਕਿਉਂ ਆਉਂਦਾ ਹੈ? ਤੇ ਜਿੰਨਾ ਚਿਰ ਕਿਸੇ ਚੀਜ਼ ਦਾ ਕਾਰਨ ਨਾ ਲੱਭਿਆ ਜਾਏ, ਉਹਦਾ ਜਿੰਨਾ ਮਰਜ਼ੀ ਇਲਾਜ ਕਰ ਲਓ, ਉਹ ਤੇ ਇਸੇ ਤਰ੍ਹਾਂ ਜਿਵੇਂ ਕਿਸੇ ਰੁੱਖ ਦੀਆਂ ਟਹਿਣੀਆਂ ਵੱਢੀ ਜਾਓਗੇ, ਇੱਕ ਵੱਢੋਗੇ ਦੂਜੀ ਫੁੱਟ ਪੈਗੀ, ਦੂਜੀ ਵੱਢੋਗੇ 4 ਹੋਰ ਨਿਕਲ ਆਉਣੀਆਂ। ਅਸੀਂ ਕੀ ਕਰ ਰਹੇ ਹਾਂ? ਅਸੀਂ ਦੁੱਖ ਦੇ ਪੱਤੇ ਵੱਢ ਰਹੇ ਹਾਂ। ਇੱਕ ਇੱਕ ਪੱਤਾ ਲਾਈਦਾ, ਇੱਕ ਪੱਤਾ ਲਾਈਦਾ, 4 ਹੋਰ ਨਿਕਲ ਆਉਂਦੇ ਨੇ, 2 ਲਾਈਦੇ ਨੇ, 6 ਹੋਰ ਨਿਕਲ ਆਉਂਦੇ ਨੇ। ਇਸ ਤਰ੍ਹਾਂ ਦੁੱਖ ਦੇ ਨਾਲ ਘੁਲਦੀ ਜ਼ਿੰਦਗੀ ਲੰਘ ਜਾਂਦੀ ਹੈ, ਪਰ ਸਤਿਗੁਰੂ ਨੂੰ ਪੁੱਛੇ ਨਹੀਂ ਵੀ ਦੁੱਖ ਆਉਂਦਾ ਕਿਉਂ, ਇਹਦੀ ਜੜ ਕਿੱਥੇ ਵੇ। ਜੜ ਵੱਢੀਏ, ਪੱਤੇ ਆਪੇ ਸੁੱਕ ਜਾਣੇ। ਤਾਂ ਗੁਰੂ ਸਾਹਿਬ ਕਹਿੰਦੇ ਦੁੱਖ ਦਾ ਕਾਰਨ ਹੈ ਹਰ ਕੇ ਨਾਮ ਬਿਨਾ ਦੁੱਖ ਪਾਵੈ। ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤੀ ਨਹੀਂ ਜੁੜਦੀ। ਬਾਕੀ ਦੇ ਸਾਰੇ ਕੰਮ ਆਪੋ ਆਪਣੇ ਕੰਮ ਕਰ ਰਹੇ ਨੇ, 9 ਦੁਆਰੇ ਆਪੋ ਆਪਣੇ ਕਾਰਜਾਂ ਵਿੱਚ ਹੱਥ ਪੈਰ ਨੱਕ ਮੂੰਹ ਸਭ ਕੁਝ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਹੱਥ ਕੰਮ ਕਰ ਰਹੇ ਨੇ, ਪਰ ਅੰਦਰ ਇੱਕ ਸਾਡੇ ਲਗਾਤਾਰ ਨਿਰੰਤਰ ਇੱਕ ਸ਼ਕਤੀ ਨਿਕਲ ਰਹੀ ਹੈ, ਜਿਹਨੂੰ ਮਹਾਰਾਜ ਨੇ ਸੁਰਤੀ ਕਿਹਾ ਹੈ। ਸੁਰਤੀ ਕਿਹਾ ਹੈ। ਹੁਣ ਜਿੰਨਾ ਚਿਰ ਉਹਨੂੰ ਰਸਤਾ ਨਹੀਂ ਮਿਲਦਾ, ਉਹ ਠੀਕ ਥਾਂ ਤੇ ਨਹੀਂ ਜੁੜਦੀ। ਸੁਰਤੀ ਨੇ ਜੁੜਨਾ ਸ਼ਬਦ ਦੇ ਵਿੱਚ, ਉਹਨੂੰ ਥਾਂ ਨਹੀਂ ਮਿਲਿਆ, ਉਹਨੇ ਦੁੱਖ ਕਰ ਦਿੱਤਾ, ਰਿਐਕਸ਼ਨ ਕਰ ਦਿੱਤਾ। ਤੁਸੀਂ ਵੇਖਿਆ ਹੋਣਾ, ਦਵਾਈ ਖਾ ਲਓ, ਗਲਤ ਖਾਧੀ ਜਾਏ, ਦਵਾਈ ਹੀ ਰੋਗ ਬਣ ਜਾਂਦੀ, ਸੁੱਖ ਹੀ ਦੁੱਖ ਬਣ ਜਾਂਦਾ ਹੈ, ਜੀਵਨ ਹੀ ਮੌਤ ਦਾ ਰੂਪ ਧਾਰਨ ਕਰ ਜਾਂਦੀ। ਅਸੀਂ ਜੀ ਰਹੇ ਹਾਂ ਮਰੇ ਮਰੇ, ਜਿਵੇਂ ਗੱਡੀ ਸਟਾਰਟ ਕਰੀਏ ਤੇ ਉਹਦੀਆਂ ਨਿਊਜ਼ਲਾਂ ਬੰਦ ਹੋਣ ਨਾ ਤੇ ਝਟਕੇ ਜਿਹਾ ਮਾਰਦੀ, ਇਸ ਤਰ੍ਹਾਂ ਜੀ ਰਹੇ ਹਾਂ ਅਸੀਂ। ਮਹਾਰਾਜ ਕਹਿੰਦੇ ਨੇ ਉਹਦਾ ਕਾਰਨ ਲੱਭ। ਦੁੱਖ ਹੈ, ਉਹਦਾ ਕਾਰਨ ਇਹ ਹੈ ਕਿ ਨਾਮ ਦੇ ਵਿੱਚ ਅੰਦਰ ਜਿਹੜਾ ਤੇਰੀ ਸੁਰਤੀ ਹੈ, ਜਿਹੜੀ ਅਵੇਅਰਨੈਸ ਹੈ, ਜਿਹੜੀ ਹੋਸ਼ ਹੈ, ਉਹ ਸੰਸਾਰ ਵਿੱਚ ਖੁੱਭੀ ਹੋਈ ਹੈ। ਉਹਦੇ ਵਿੱਚੋਂ ਕੱਢ ਉਹਨੂੰ, ਹੋਰ ਕੋਈ ਰਾਹ ਨਹੀਂ। ਪਦਾਰਥ ਵਿੱਚ ਜੇ ਤੂੰ ਸੁਰਤੀ ਲਾਈ, ਪਦਾਰਥ ਦਾ ਸੁਭਾਅ ਹੀ ਦੁੱਖ ਹੈ, ਲੱਗਦਾ ਸੁੱਖ ਹੈ। ਇੱਥੇ ਸਾਰੀਆਂ ਚੀਜ਼ਾਂ ਉਲਟ ਲੱਗਦੀਆਂ ਨੇ, ਇਸ ਲਈ ਇਹਨੂੰ ਮਾਤ ਲੋਕ ਕਿਹਾ ਗਿਆ, ਭਰਮ ਦੀ ਦੁਨੀਆ ਕਿਹਾ ਗਿਆ। ਇੱਥੇ ਸੁੱਖ ਦੁੱਖ ਲੱਗਦਾ, ਸੋਨਾ ਮਿੱਟੀ ਲੱਗਦੀ ਏ। ਪਰਮਾਤਮਾ ਦਾ ਨਾਮ ਸੁੱਖ ਦੇਣ ਵਾਲਾ, ਉਹ ਕੁਝ ਨਹੀਂ ਲੱਗਦਾ, ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਮਿਲਣਾ, ਉਹ ਸਾਰਾ ਕੁਝ ਆਪਣਾ ਲੱਗਦਾ ਹੈ। ਇਹ ਸਾਡੀ ਜ਼ਿੰਦਗੀ ਦਾ ਦੁੱਖ ਹੈ। ਜਿੰਨਾ ਚਿਰ ਭਰਮ ਨਹੀਂ ਖੁੱਲਦਾ, ਉਹਨਾਂ ਚਿਰ ਅਸਲੀਅਤ ਦਾ ਪਤਾ ਨਹੀਂ ਲੱਗਦਾ। ਬੰਦਾ ਉਸ ਚੀਜ਼ ਵਿੱਚ ਸੁਰਤੀ ਜਮਾਈ ਰੱਖਦਾ, ਜਿਹਦੇ ਵਿੱਚੋਂ ਸੁਰਤੀ ਦੁੱਖ ਨੂੰ ਖਿੱਚ ਲੈਂਦੀ ਹੈ। ਇਸ ਲਈ ਕਈ ਵਾਰੀ ਵੇਖਿਆ ਗਿਆ ਹੈ, ਕੁਝ ਲੋਕਾਂ ਨੂੰ ਤੇ ਕਿਸੇ ਕਾਰਨ ਕਰਕੇ ਦੁੱਖ ਹੈ, ਪਰ ਬਹੁਤੇ ਲੋਕਾਂ ਨੂੰ ਬਿਨਾਂ ਕਾਰਨ ਤੋਂ ਹੀ ਦੁੱਖ ਹੈ। ਕਾਰਨ ਕੋਈ ਵੀ ਨਹੀਂ, ਨਾ ਗਰੀਬੀ ਹੈ, ਨਾ ਸਰੀਰ ਨੂੰ ਬਿਮਾਰੀ ਹੈ, ਨਾ ਮਨ ਨੂੰ ਬਿਮਾਰੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਪਰ ਅੰਦਰ ਇੱਕ ਅਚਬੀ ਲੱਗੀ ਹੋਈ ਹੈ। ਕਿਉਂ ਲੱਗੀ ਹੋਈ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਗਲਤ ਬੰਦਾ ਕੰਮ ਕਰ ਰਿਹਾ। ਉਹ ਗਲਤ ਕੰਮ ਕਿਹੜਾ ਹੈ? ਪ੍ਰਭੂ ਦੇ ਨਾਮ ਦੇ ਵਿੱਚ ਸੁਰਤੀ ਨਹੀਂ ਜੋੜਦਾ। ਇਸ ਲਈ ਮਹਾਰਾਜ ਗਰੀਬ ਨਵਾਜ ਜੀ ਫਰਮਾਉਂਦੇ ਹਨ, ਹਰੀ ਦੇ ਨਾਮ ਤੋਂ ਬਿਨਾ ਹਰ ਯਾਨੀ ਕਿ ਹਰਨ ਕਰਨ ਵਾਲਾ, ਦੁੱਖਾਂ ਨੂੰ ਚੋਰੀ ਕਰ ਲੈਣ ਵਾਲਾ ਹਰੀ ਜਿਹੜਾ ਹੈ, ਖਤਮ ਕਰਨ ਵਾਲਾ, ਉਸ ਦੇ ਨਾਮ ਤੋਂ ਬਿਨਾ ਹੈ ਭਾਈ ਗੁਰਸਿੱਖੋ ਦੁੱਖ ਪ੍ਰਾਪਤ ਕਰਦਾ ਹੈ ਮਨੁੱਖ। ਭਗਤ ਬਿਨਾ ਸਹਸਾ ਨਹਿ ਚੂਕੈ। ਇੱਕ ਸੰਸਾ ਹੈ ਅੰਦਰ, ਤੌਖਲਾ ਹੈ, ਚਿੰਤਾ ਹੈ। ਕਾਹਦਾ ਹੈ? ਜੋ ਮੇਰੇ ਕੋਲ ਹੈ ਕਿਤੇ ਖੁੱਸ ਨਾ ਜਾਏ, ਔਰ ਖੁੱਸ ਜਾਣਾ ਹੀ ਹੈ। ਇਹ ਚਿੰਤਾ ਨਹੀਂ, ਖੁੱਸ ਜਾਣਾ। ਜੋ ਮੇਰੇ ਕੋਲ ਹੈ ਉਹ ਖੁੱਸ ਜਾਣਾ। ਜੋ ਚੀਜ਼ ਅਸੀਂ ਬਾਹਰੋਂ ਲਈ ਉਹ ਸਾਡੇ ਕੋਲ ਨਹੀਂ ਰਹੇਗੀ, ਸਿਰਫ ਆਪਣਾ ਆਪ ਹੀ ਬਚੇਗਾ।
ਸਿਰਫ ਆਪਣੀ ਆਤਮਾ ਹੀ ਬਚੇਗੀ, ਬਾਕੀ ਸਭ ਕੁਝ ਖੋਹ ਲਵੇਗੀ ਕੁਦਰਤ। ਉਹਨੇ ਵਾਪਸ ਲੈ ਲੈਣਾ। ਆ 5 ਤੱਤਾਂ ਦਾ ਸਰੀਰ ਮਿਲਿਆ, ਕਿਸੇ ਦਿਨ ਉਹਨੇ ਵਾਪਸ ਲੈ ਲੈਣਾ। ਫਿਰ ਨਾਲ ਕੀ ਰਹਿਣਾ? ਕੀਤੇ ਹੋਏ ਕਰਮ, ਉਸ ਦਾ ਸੁਭਾਅ, ਉਹਦਾ ਕੀਤਾ ਹੋਇਆ ਜਿਹੜਾ ਸੰਗ੍ਰਹਿ ਹੈ, ਇਕੱਠ ਹੈ, ਉਹ ਸਾਡੇ ਨਾਲ ਰਹਿ ਜਾਣਾ। ਸੰਸਾ ਬਣਿਆ ਰਹਿੰਦਾ, ਮੇਰੇ ਕੋਲੋਂ ਕੁਝ ਖੁੱਸ ਨਾ ਜਾਏ। ਆਦਮੀ ਨੇ ਪਕੜਿਆ ਹੋਇਆ ਹੈ, ਇਹਦੀ ਪਕੜ ਹੈ, ਉਹਨੂੰ ਮੋਹ ਕਿਹਾ ਸੰਸਾਰ ਦਾ। ਮੋਹ ਹੀ ਦੁੱਖ ਹੈ। ਸਭ ਤੋਂ ਵੱਡਾ ਦੁੱਖ, ਸਭ ਤੋਂ ਮਿੱਠਾ ਵੀ ਮੋਹ ਹੈ ਤੇ ਸਭ ਤੋਂ ਵੱਡਾ ਦੁੱਖ ਵੀ ਮੋਹ ਹੈ ਸੰਸਾਰ ਦਾ। ਇਹ ਭਗਤੀ ਤੋਂ ਬਿਨਾ, ਅਭਿਆਸ ਤੋਂ ਬਿਨਾ ਨਹੀਂ ਛੁੱਟ ਸਕਦਾ। ਮਹਾਰਾਜ ਨੇ ਕਿਹਾ ਭਗਤ ਬਿਨਾ ਸਹਿਸਾ ਨਾ ਚੂਕੈ। ਭਗਤੀ ਤੋਂ ਬਿਨਾ, ਭਗਤੀ ਕਿਹਨੂੰ ਕਹਿੰਦੇ ਨੇ? ਭਗਤੀ ਕਹਿੰਦੇ ਨੇ ਕਿਸੇ ਦੇ ਬਣ ਜਾਣਾ, ਕਿਸੇ ਦੇ ਹੋ ਜਾਣਾ, ਕਿਸੇ ਨੂੰ ਮਨ ਸੌਂਪ ਦੇਣਾ। ਤੇ ਮਨ ਕਿਵੇਂ ਸੌਂਪਿਆ ਜਾਣਾ? ਉਹਦਾ ਰਸਤਾ ਗੁਰੂ ਸਾਹਿਬ ਨੇ ਸ਼ਬਦ ਦਾ ਜਾਪ ਦੱਸਿਆ। ਜਾਪ ਤੋਂ ਬਿਨਾ ਭਗਤੀ ਨਹੀਂ। ਸਿੱਖੀ ਦੀ ਸ਼ੁਰੂਆਤ ਹੀ ਜਾਪ ਤੋਂ ਹੁੰਦੀ ਹੈ, ਉਹਨੂੰ ਜਪਣਾ ਪੈਂਦਾ। ਅਭਿਆਸ ਕਰੇਗਾ, ਬੰਦਗੀ ਕਰੇਗਾ, ਜਾਪ ਕਰੇਗਾ ਤੇ ਭਗਤੀ ਹੈ। ਤੇ ਭਗਤੀ ਤੋਂ ਬਿਨਾ ਸੰਸਾ ਨਹੀਂ ਨਾ ਚੂਕੈ, ਖਤਮ ਨਹੀਂ ਹੁੰਦਾ। ਗੁਰ ਇਹ ਭੇਦ ਬਤਾਵੈ। ਇਸ ਗੱਲ ਦਾ ਭੇਦ ਗੁਰੂ ਨੇ ਦੱਸਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦਾ ਮਰਮ ਜਿਹੜਾ ਸੀ ਭੇਦ ਦੱਸਿਆ ਕਿ ਜ਼ਿੰਦਗੀ ਦਾ ਦੁੱਖ ਕਿਵੇਂ ਖਤਮ ਹੋ ਸਕਦਾ ਬੰਦਗੀ ਕਰਕੇ। ਕਹਾ ਭਇਓ ਤੀਰਥ ਬ੍ਰਤ ਕੀਏ। ਕਹਿੰਦੇ ਨੇ ਕਹਾ ਭਇਓ, ਕੀ ਹੋ ਗਿਆ? ਇੱਥੇ ਕਹਾ ਦਾ ਅਰਥ ਕਿੱਥੇ ਨਹੀਂ ਹੈ, ਇੱਥੇ ਕਹਾ ਦਾ ਅਰਥ ਕੀ ਹੋ ਗਿਆ। ਕੀ ਹੋ ਗਿਆ? ਜੇ ਤੂੰ ਤੀਰਥਾਂ ਤੇ ਤੁਰਿਆ ਫਿਰਨਾ, ਜੇ ਤੂੰ ਵਰਤ ਰੱਖ ਲੈਣਾ। ਇੱਕ ਧਿਆਨ ਰੱਖਣਾ, ਗੁਰੂ ਘਰਾਂ ਦੇ ਵਿੱਚ ਵੀ ਕੁਝ ਐਸੇ ਸਾਧਨ ਨੇ, ਜੇ ਉਹਨਾਂ ਕੱਲਿਆਂ ਤੱਕ ਸੀਮਤ ਰਹੇ ਤੇ ਸਫਲਤਾ ਨਹੀਂ ਮਿਲਣੀ। ਜਿੰਨਾ ਚਿਰ ਸਿੱਖ ਦਾ ਸੰਬੰਧ ਗੁਰੂ ਕੀ ਬਾਣੀ ਨਾਲ ਨਹੀਂ ਬਣਦਾ, ਜਿੰਨਾ ਚਿਰ ਸਿੱਖ ਆਪਣੇ ਬੈੱਡ ਤੇ ਨਿਤਨੇਮ ਨਹੀਂ ਕਰਦਾ ਔਰ ਬਾਣੀ ਦੀ ਵਿਚਾਰ ਨਹੀਂ ਕਰਦਾ ਔਰ ਜੀਵਨ ਦੇ ਵਿੱਚ ਬਾਣੀ ਨੂੰ ਨਹੀਂ ਉਤਾਰਦਾ, ਫਿਰ ਬੇਨਤੀ ਕਰਾਂ ਬਾਕੀ ਦੇ ਵੀ ਸਾਧਨ ਇਸੇ ਤਰ੍ਹਾਂ ਹੀ ਰਹਿ ਜਾਣੇ ਨੇ, ਇਹਨਾਂ ਵਿੱਚੋਂ ਕੁਝ ਮਿਲਣਾ ਨਹੀਂ। ਕਹਾ ਭਇਓ ਤੀਰਥ ਵਰਤ ਕੀਏ। ਕੀ ਹੋ ਗਿਆ ਜੇ ਤੂੰ ਵਰਤ ਆਦਿਕ ਸਿੱਖਾਂ ਵਿੱਚ ਤੇ ਵੈਸੇ ਵਰਤ ਜਿਹੜਾ ਟੋਟਲੀ ਇਹ ਮਨਾਹੀ ਹੈ, ਸਿੱਖ ਵਰਤ ਨਹੀਂ ਰੱਖ ਸਕਦਾ। ਮੈਂ ਇਸ ਮਾਈਕ ਤੋਂ ਬੇਨਤੀ ਕਰਦਿਆਂ, ਵਰਤ ਰੱਖਣਾ ਸਿੱਖੀ ਦੇ ਮਾਰਗ ਤੋਂ, ਸਿੱਖੀ ਦੇ ਦਾਇਰੇ ਤੋਂ ਬਾਹਰ ਦੀ ਗੱਲ ਹੈ। ਕੋਈ ਆਪਣੇ ਧਰਮ ਦੇ ਮੁਤਾਬਕ ਰੱਖਦਾ, ਉਹਦਾ ਧਰਮ ਹੋ ਸਕਦਾ, ਪਰ ਹੋਵੇ ਸਿੱਖ ਪੜ੍ਹਨ ਵਾਲਾ ਬਾਣੀ ਹੋਵੇ ਤੇ ਵਰਤ ਰੱਖੀ ਫਿਰੇ, ਇਹ ਪ੍ਰਵਾਨ ਹੀ ਨਹੀਂ ਹੈ। ਉਹਨੂੰ ਸਿੱਖ ਮੰਨੇ ਹੀ ਨਹੀਂ ਜਾ ਸਕਦਾ। ਇਸ ਲਈ ਜੇ ਵਰਤ ਰੱਖਣੇ ਆ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਆ, ਤੇ ਫਿਰ ਅੱਜ ਅਰਦਾਸ ਕਰੀਏ ਵੀ ਵਰਤ ਨਹੀਂ ਰੱਖਣੇ, ਹੁਣ ਵਰਤ ਗਏ। ਵਰਤ ਰੱਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਹੋਰ ਚੀਜ਼ਾਂ ਦਾ ਰੱਖੋ। ਮਹਾਰਾਜ ਨੇ ਸੰਜਮ ਦਿੱਤਾ, ਮਰਿਆਦਾ ਦਿੱਤੀ ਹੈ। ਅੰਤਰ ਸੰਤੋਖ ਸਰਬ ਜੀ ਦਇਆ। ਹਰ ਇੱਕ ਚੀਜ਼ ਨੂੰ ਸੰਤੋਖ ਦੇ ਨਾਲ, ਸਬਰ ਦੇ ਨਾਲ ਵਰਤਣਾ ਤੇ ਦੂਜੇ ਜੀਵਾਂ ਤੇ ਦਇਆ ਕਰਨੀ, ਦੂਜੇ ਨੂੰ ਵੀ ਕਿਸੇ ਨੂੰ ਵੰਡ ਕੇ ਵੀ ਖਾਣ ਦੇਣਾ। ਅੰਤਰ ਸੰਤੋਖ ਸਰਬ ਜੀ ਦਇਆ, ਇਨ ਬਿਦ ਵਰਤ ਸੰਪੂਰਨ ਭਇਆ। ਇਸ ਤਰੀਕੇ ਦੇ ਨਾਲ ਵਰਤ ਹੁੰਦਾ ਹੈ ਅਸਲੀ। ਕਹਿੰਦੇ ਨੇ ਕੀ ਹੋ ਗਿਆ ਜੇ ਬਾਹਰਲੇ ਵਰਤੇ ਤੀਰਥਾਂ ਤੇ ਘੁੰਮ ਲਿਆ ਹੈ ਤੂੰ, ਰਾਮ ਸ਼ਰਨ ਨਹੀਂ ਆਵੈ। ਪਰ ਸੋਹਣੇ ਰਾਮ ਰਮੇ ਹੋਏ ਵਾਹਿਗੁਰੂ ਦੀ ਸ਼ਰਨ ਵਿੱਚ ਤਾਂ ਆਇਆ ਨਹੀਂ, ਸੱਚੇ ਪਾਤਸ਼ਾਹ ਦੀ ਸ਼ਰਨ ਨਹੀਂ ਇਖਤਿਆਰ ਕੀਤੀ, ਗੁਰੂ ਕੀ ਸਿੱਖੀ ਧਾਰਨ ਨਹੀਂ ਕੀਤੀ। ਯੋਗ ਜਗ ਨਿਹਫਲ ਤੇ ਮਾਨੋ। ਮਹਾਰਾਜ ਕਹਿੰਦੇ ਨੇ ਕਿਸੇ ਨੇ ਯੋਗ ਕਰ ਲਿਆ, ਜੰਗਲ ਵਿੱਚ ਚਲਾ ਗਿਆ, ਕਿਸੇ ਨੇ ਜਗ ਕਰ ਲੈ, ਪਰ ਫਲ ਕੋਈ ਨਹੀਂ ਲੱਗੇਗਾ ਉਸ ਨੂੰ। ਇਹ ਚੰਗੀ ਤਰ੍ਹਾਂ ਸਮਝ ਲਵੋ। ਜੋ ਪ੍ਰਭ ਜਸ ਬਿਸਰਾਵੈ। ਜਿਨਨੇ ਪ੍ਰਭੂ ਦੀ ਉਸਤਤ ਵਿਸਾਰ ਦਿੱਤੀ ਹੈ, ਪ੍ਰਭੂ ਦਾ ਜਸ ਵਿਸਾਰ ਦਿੱਤਾ, ਇੱਕੋ ਹੀ ਚੀਜ਼ ਹੈ ਜਿਹੜੀ ਸਹਿਜ ਸੁਭਾਏ ਸੁਰਤੀ ਨੂੰ ਪਰਮਾਤਮਾ ਨਾਲ ਜੋੜਦੀ ਹੈ। ਕੋਈ ਯਤਨ ਨਹੀਂ ਕਰਨਾ ਪੈਂਦਾ। ਬਾਕੀ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਯਤਨ ਨੇ, ਵਿਘਨ ਨੇ, ਪਰ ਵਾਹਿਗੁਰੂ ਦੀ ਉਸਤਤ ਕਰੋ, ਮੁਖ ਤੋਂ ਉਹਦੀ ਵਡਿਆਈ ਕਰੋ, ਸਿਮਰਨ ਕਰੋ, ਜਾਪ ਕਰੋ, ਅਭਿਆਸ ਕਰੋ, ਉਸਤਤ ਕਰੋ, ਸੁਰਤੀ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ, ਧਿਆਨ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ, ਜੁੜਨਾ ਸ਼ੁਰੂ ਹੋ ਜਾਏਗਾ ਪਰਮੇਸ਼ਰ ਦੇ ਚਰਨਾਂ ਨਾਲ।
ਜਿਹੜਾ ਵਾਹਿਗੁਰੂ ਦੇ ਜਸ ਨੂੰ ਵਿਸਰਾ ਦਿੰਦਾ, ਭੁਲਾ ਦਿੰਦਾ ਹੈ। ਮਾਨ ਮੋਹ ਦੋਨੋਂ ਕਉ ਪਰ ਹਰ। ਮਾਨ ਤੇ ਮੋਹ ਨੂੰ, ਇਹਨਾਂ ਨੂੰ ਤਿਆਗ ਕੇ, ਇਹ ਮਾਨ ਦਾ ਅਰਥ ਕੀ ਹੁੰਦਾ ਹੈ? ਆਪਾਂ ਪਹਿਲੇ ਦਿਨ ਵਿਚਾਰ ਕੀਤੀ ਸੀ ਇਹਦੇ ਉੱਤੇ। ਸਾਧੋ ਮਨ ਕਾ ਮਾਨ ਤਿਆਗੋ। ਮਾਨ ਮੈਨੇ ਆਪਣੀ ਮਾਨਤਾ, ਜੋ ਮੈਂ ਮੰਨ ਲਿਆ, ਜੋ ਮੈਂ ਫਿਕਸ ਕਰ ਲਿਆ ਆਪਣੇ ਦਾਇਰੇ ਦੇ ਅੰਦਰ। ਅਸੀਂ ਕੀ ਮੰਨਿਆ ਹੋਇਆ ਹੈ? ਅਸੀਂ ਮੰਨਿਆ ਹੈ ਵੀ ਆਹ ਸੰਸਾਰ ਹੀ ਸਭ ਕੁਝ ਹੈ, ਇਹ ਹੈ ਮਾਨ। ਇਹਨੂੰ ਤਿਆਗ ਦੇ ਕਹਿੰਦੇ ਮਹਾਰਾਜ। ਇਸ ਦਿਸਦੇ ਹੋਏ ਨੂੰ ਸੱਚ ਨਾ ਸਮਝ, ਤੂੰ ਤੇ ਮਾਨ ਵਿੱਚ ਆਕੜਿਆ ਫਿਰਨਾ। ਆ ਮਿੱਟੀ ਦਾ ਢੇਰ ਇਕੱਠਾ ਕਰਕੇ ਉਹਦੇ ਉੱਤੇ ਆਕੜ ਕੇ ਬੈਠਾ ਹੋਇਆ, ਇਹ ਤਾਂ ਤੇਰੇ ਤੋਂ ਖੁੱਸ ਜਾਣਾ, ਤੂੰ ਮਿੱਟੀ ਵਿੱਚ ਮਿੱਟੀ ਹੋ ਜਾਣਾ। ਇਹ ਜਿਹੜੇ ਤੂੰ ਮੋਢੇ ਚੁੱਕ ਕੇ ਤੁਰਨਾ, ਇਹਨਾਂ ਮੋਢਿਆਂ ਨੇ ਹਿੱਲਣਾ ਵੀ ਨਹੀਂ, ਕਿਸੇ ਨੂੰ ਚੁੱਕ ਕੇ ਰੱਖਣਾ ਪੈਣਾ ਦੂਜੇ ਥਾਂ ਤੇ। ਕਹਿਣ ਲੱਗੇ ਮਾਨ ਮੋਹ, ਸੰਸਾਰ ਦਾ ਮੋਹ, ਸੰਸਾਰ ਦੇ ਪਦਾਰਥਾਂ ਦਾ ਮੋਹ, ਇਹਨਾਂ ਨੂੰ ਪਰ ਹਰ ਪਰੇ ਕਰਕੇ ਗੋਬਿੰਦ ਕੇ ਗੁਣ ਗਾਵੇ। ਜਿਹੜਾ ਗੋਬਿੰਦ ਸੱਚੇ ਪਾਤਸ਼ਾਹ ਅੰਤਰਜਾਮੀ ਗੁਰਦੇਵ ਧਰਤੀ ਦੇ ਜੀਵਾਂ ਦੇ ਮਨਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਵਾਹਿਗੁਰੂ, ਉਹਦੇ ਗੁਣ ਗਾਵੇ। ਗੁਣ ਗਾਵੇ ਦੇ ਉੱਤੇ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ ਕਿ ਗੁਣ ਗਾਉਣ ਦਾ ਫਾਇਦਾ ਕੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ? ਪਰਮਾਤਮਾ ਦੇ ਗੁਣ ਨੇ। ਗੁਣ ਦੇ ਅਰਥ ਨੇ ਸੁਭਾਅ। ਪਰਮਾਤਮਾ ਦਾ ਸੁਭਾਅ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਉਂ-ਜਿਉਂ ਬਾਣੀ ਸਿੱਖ ਗਾਏਗਾ, ਸ਼ਬਦ ਦੇ ਰਾਹੀਂ ਪਰਮਾਤਮਾ ਦਾ ਸੁਭਾਅ ਸਿੱਖ ਦੇ ਸੁਭਾਅ ਦੇ ਵਿੱਚ ਆਪਣੇ ਆਪ ਆਉਣਾ ਸ਼ੁਰੂ ਹੋ ਜਾਏਗਾ, ਸਮਾਉਣਾ ਸ਼ੁਰੂ ਹੋ ਜਾਏਗਾ, ਅੰਦਰ ਟਿਕਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਗੋਬਿੰਦ ਦੇ ਗੁਣ ਗਾਉਂਦਾ ਜਿਹੜਾ ਟਿਕ ਕੇ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ਼ ਜੀ ਕਹਿੰਦੇ ਹਨ, ਇਸ ਤਰ੍ਹਾਂ ਦਾ ਜੋ ਪ੍ਰਾਣੀ ਹੈ, ਜੋ ਗੁਰਮੁਖ ਹੈ, ਜੀਵਨ ਮੁਕਤ ਕਹਾਵੇ। ਉਹ ਜੀਵਨ ਮੁਕਤ ਕਹਾਉਂਦਾ ਹੈ। ਜੀਵਨ ਮੁਕਤ ਕਿਹਨੂੰ ਕਹੀਦਾ ਹੈ? ਸਰੀਰਕ ਜੀਵਨ ਚੱਲਦਾ ਪਿਆ, ਪਰ ਸਰੀਰਕ ਜੀਵਨ ਤੋਂ ਵੱਖਰਾ ਜੀਵਨ ਲੱਭ ਗਿਆ, ਇਹਨੂੰ ਕਹਿੰਦੇ ਜੀਵਨ ਮੁਕਤ ਹੋ ਗਿਆ। ਇੱਕ ਹੁੰਦਾ ਮਰ ਕੇ ਮੁਕਤ ਹੋਣਾ। ਗੁਰਮਤ ਵਿੱਚ ਜੀਵਨ ਮੁਕਤੀ ਨੂੰ ਥਾਂ ਦਿੱਤਾ ਗਿਆ। ਰਹਿੰਦਾ ਦੇਹ ਦੇ ਵਿੱਚ ਹੈ, ਪਰ ਦੇਹ ਤੋਂ ਬਿਨਾਂ ਬਦੇਹੀ ਤੱਕ ਚਲਾ ਗਿਆ ਅੰਦਰ। ਦੇਹੀ ਗੁਪਤ ਬਦੇਹੀ ਦਿਸੈ, ਆਪਣੇ ਅੰਦਰਲਾ ਬਦੇਹੀ ਦਿਸ ਪਿਆ। ਜੋ ਗੁਪਤ ਅੰਦਰ ਬੈਠਾ ਹੋਇਆ ਉਹਦੇ ਦਰਸ਼ਨ ਹੋ ਗਏ। ਹੁਣ ਦੇਹ ਤੋਂ ਬਿਨਾਂ ਵੀ ਵਿਚਰ ਸਕਦਾ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਅਭਿਆਸੀ ਪੁਰਸ਼ ਵਾਸਤੇ ਦੇਹ ਤੋਂ ਬਿਨਾਂ ਵਰਤਣਾ। ਹਾਂ, ਇਹ ਰਿੱਧੀਆਂ ਸਿੱਧੀਆਂ ਦੇ ਰਾਹੀਂ ਵੀ ਹੋ ਜਾਂਦਾ ਹੈ। ਜਿਹੜੇ ਰਿੱਧੀਆਂ ਸਿੱਧੀਆਂ ਦੇ ਇਸ ਚੱਕਰ ਵਿੱਚ ਪੈਂਦੇ ਵੀ ਇਹ ਸੂਖਮ ਅਸਥੂਲ ਸਰੀਰ ਦੇ ਵਿੱਚੋਂ ਸੂਖਮ ਕੱਢਣਾ ਹੈ, ਪਰ ਗੁਰਮਤ ਦਾ ਇਹਦਾ ਨਿਸ਼ਾਨਾ ਨਹੀਂ ਵੀ ਸੂਖਮ ਸਰੀਰ ਬਾਹਰ ਕੱਢੋ, ਤੇ ਇਹਨੂੰ ਧਰਮ ਕਹਿੰਦੇ ਨੇ। ਇੱਕ ਹੁੰਦਾ ਬਾਹਰ ਕੱਢਣਾ, ਇੱਕ ਹੁੰਦਾ ਆਪਣੇ ਆਪ ਨਿਕਲ ਜਾਣਾ। ਉਦਾਹਰਨ ਦੇ ਤੌਰ ਤੇ ਵਰਤਣਾ, ਇੱਕ ਹੁੰਦਾ ਹੈ ਕਿ ਬੂਟੇ ਨੂੰ ਫਲ ਲੱਗਾ ਹੈ, ਬੂਟੇ ਨੂੰ ਅੰਬ ਦੇ ਬੂਟੇ ਨੂੰ ਅੰਬ ਲੱਗਾ, ਇੱਕ ਹੁੰਦਾ ਖਿੱਚ ਕੇ ਤੋੜ ਕੇ ਲਾਉਣਾ ਨਾਲੋਂ, ਤੇ ਫਿਰ ਉਹਨੂੰ ਦਵਾਈ ਪਾ ਕੇ ਪਕਾਉਣਾ। ਮਿੱਠਾ ਤੇ ਉਹ ਵੀ ਹੋਵੇਗਾ, ਰੰਗ ਤੇ ਉਹਦਾ ਵੀ ਲਾਲ ਹੋ ਜਾਏਗਾ, ਪਰ ਉਹਦੇ ਵਿੱਚੋਂ ਮਿਠਾਸ ਨਹੀਂ ਹੋਵੇਗੀ। ਕਿਹੜੀ? ਇੱਕ ਉਹ ਅੰਬ ਹੈ ਜਿਹੜਾ ਆਪਣੇ ਆਪ ਸਮਾਂ ਲੈ ਕੇ ਰੁੱਖ ਦੇ ਨਾਲੋਂ ਆਪਣੇ ਆਪ ਟਪਕ ਕੇ ਡਿੱਗਾ ਹੈ, ਉਹਨੂੰ ਦਵਾਈ ਵਿੱਚ ਨਹੀਂ ਪਕਾਇਆ ਗਿਆ। ਉਹ ਹੈ, ਬਹੁਤ ਮਿਠਾਸ ਹੈ ਉਹਦੇ ਵਿੱਚ। ਇਸ ਲਈ ਆਪਾਂ ਕਈ ਵਾਰੀ ਫਲ ਖਰੀਦਦੇ ਹਾਂ ਇੱਕੋ ਰੇਹੜੀ ਤੋਂ, ਪਰ ਕਈਆਂ ਦਾ ਰਸ ਜ਼ਿਆਦਾ ਹੁੰਦਾ, ਕਈਆਂ ਦਾ ਘੱਟ ਹੈ। ਕਾਰਨ ਕੀ ਹੁੰਦਾ ਇਹਦਾ? ਜਿਹੜੇ ਆਪਣਾ ਪੂਰਾ ਟਾਈਮ ਲੈ ਕੇ ਪੱਕ ਕੇ ਆਪਣੇ ਆਪ ਰੁੱਖ ਨਾਲੋਂ ਵੱਖਰੇ ਹੋਏ ਨੇ, ਉਹ ਫਲ ਮਿੱਠੇ ਹੋਣਗੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ, ਤੂੰ ਨਾਮ ਜਪ ਸਿਮਰਨ ਕਰ, ਬੰਦਗੀ ਕਰ, ਤੇਰਾ ਜਿਹੜਾ ਸੂਖਮ ਭਾਗ ਹੈ ਅੰਦਰ ਜੀਵਨ ਦਾ, ਜਿੱਦਣ ਆਪਣੇ ਆਪ ਸਰੀਰ ਨੂੰ ਛੱਡ ਜਾਏ, ਉਹਦੇ ਵਿੱਚੋਂ ਮਿੱਠਾ ਰਸ, ਅੰਮ੍ਰਿਤ ਰਸ ਆਵੇਗਾ। ਪਰ ਜਿਹੜਾ ਤੂੰ ਖਿੱਚ ਕੇ ਕੱਢਣਾ ਪਿਆ ਜੋਗੀਆਂ ਵਾਂਗ, ਜਿਹੜਾ ਤੂੰ ਜ਼ੋਰ ਲਾਣਾ ਵੀ ਮੈਂ ਜੋਗੀ ਬਣ ਜਾ, ਮੈਂ ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਾਂ ਜੀ, ਪਿਆਰੇ 8-8 ਘੰਟੇ ਇੱਥੋਂ ਸਰੀਰ ਕੱਢਿਆ, ਮੈਂ ਫਲਾਣੀ ਥਾਂ ਵੇਖ ਆਇਆ ਜੀ, ਫਲਾਣੀ ਥਾਂ ਵੇਖ ਆਇਆ, ਇਹ ਤਾਂ ਹਟ ਯੋਗ ਹੋ ਗਿਆ। ਸਿੱਖੀ ਵਿੱਚ ਹੈ ਜ਼ਰੂਰ, ਸੂਖਮ ਸਰੀਰ ਵੱਖਰਾ ਹੋ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਮਨੁੱਖ, ਪਰ ਉਹ ਪਹਿਲਾਂ ਬਖਸ਼ਿਸ਼ ਦੇ ਤੌਰ ਤੇ ਮਿਲਦਾ ਹੈ। ਐਸੇ ਗੁਰਮੁਖ ਨੂੰ ਜੀਵਨ ਮੁਕਤ ਕਹਿੰਦੇ ਹਨ। ਬਿਲਾਵਲ ਮਹੱਲਾ ਨਾਵਾ। ਬਿਲਾਵਲ ਰਾਗ ਵਿੱਚ 9ਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਾ ਮੈਂ ਭਜਨ ਰਾਮ ਕੋ ਨਾਹੀ। ਜਿਸ ਮਨੁੱਖ ਦੇ ਜੀਵਨ ਦੇ ਵਿੱਚ ਰਾਮ ਦਾ, ਸੋਹਣੇ ਪ੍ਰਭੂ ਦਾ
ਸਿਮਰਨ ਨਹੀਂ ਹੈ, ਬੰਦਗੀ ਨਹੀਂ ਹੈ ਜਿਹਦੇ ਜੀਵਨ ਅੰਦਰ, ਇਹ ਨਰ ਜਨਮ ਅਕਾਰਥ ਖੋਇਆ। ਉਸ ਨਰ ਨੇ, ਉਸ ਮਨੁੱਖ ਨੇ ਸਮਝੋ ਆਪਣੇ ਜੀਵਨ ਨੂੰ ਹੈ ਭਾਈ ਵਿਅਰਥ ਹੀ ਗਵਾ ਲਿਆ ਹੈ। ਯਹ ਰੱਖੋ ਮਨ ਮਾਹੀ ਰਹਾਉ। ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਦੇ ਵਿੱਚ ਪੱਕੀ ਕਰਕੇ ਸਮਝ ਲਓ ਕਿ ਜਿਹਦੇ ਅੰਦਰ ਸਿਮਰਨ ਨਹੀਂ, ਉਹਨੇ ਆਪਣੇ ਜੀਵਨ ਨੂੰ, ਸਰੀਰ ਨੂੰ ਐਵੇਂ ਗਵਾ ਲਿਆ, ਜੀਵਨ ਦੇ ਵਿੱਚ ਕਿਸੇ ਕੰਮ ਨਹੀਂ ਆਇਆ। ਤੀਰਥ ਕਰੈ ਵਰਤ ਪੁਨ ਰਾਖੈ। ਤੀਰਥਾਂ ਤੇ ਵੀ ਜਾਂਦਾ ਹੈ, ਵਰਤ ਵੀ ਬਹੁਤੇ ਰੱਖਦਾ, ਪਹਿਲਾਂ ਵਿਚਾਰਿਆ ਹੈ। ਨਹਿ ਮਨੁਆ ਬਸ ਜਾਕੋ। ਪਰ ਮਨ ਵਸ ਵਿੱਚ ਨਹੀਂ ਆਉਂਦਾ, ਮਨ ਭਟਕਦਾ ਫਿਰਦਾ ਸੰਸਾਰ ਦੇ ਵਿੱਚ। ਨਿਫਲ ਧਰਮ ਤਾਹੇ ਤੁਮ ਮਾਨਹੁ। ਉਹਨੂੰ ਤੁਸੀਂ ਨਿਸ਼ਫਲ ਧਰਮ ਹੀ ਜਾਣ ਲਓ, ਵਿਅਰਥ ਹੀ ਜਾਣੋ ਉਸ ਨੂੰ। ਸਾਚ ਕਹਿਤ ਮੈਂ ਜਾਕੋ। ਇਹ ਸੱਚੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੈਂ ਤੁਹਾਨੂੰ ਕਹਿ ਰਿਹਾ, ਸੱਚੀ ਗੱਲ ਦੱਸ ਰਿਹਾ ਗੁਰਮੁਖੋ। ਜੈਸੇ ਪਾਹਨ ਜਲ ਮਹਿ ਰਾਖਿਓ। ਜੈਸੇ ਪਾਹਨ, ਪਾਣ ਮੈਨੇ ਪੱਥਰ, ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖ ਦਈਏ, ਭੇਦੈ ਨਾਹਿ ਤਿਹ ਪਾਣੀ। ਉਹਨੂੰ ਪਾਣੀ ਨਹੀਂ ਭੇਦਦਾ, ਉਸ ਪੱਥਰ ਦੇ ਅੰਦਰ ਪਾਣੀ ਨਹੀਂ ਜਾਂਦਾ। ਇਸ ਤਰ੍ਹਾਂ ਸੁੱਕੇ ਪੁੱਕੇ ਕਰਮ ਕਰੀ ਜਾਂਦਾ, ਬਿਨਾ ਪ੍ਰੇਮ ਤੋਂ, ਨਾਮ ਸਿਮਰਨ ਤੋਂ ਬਿਨਾ ਅੰਦਰ ਨਹੀਂ ਜਾਂਦਾ ਰਸ ਪਰਮੇਸ਼ਰ ਦੀ ਯਾਦ ਦਾ। ਐਸੇ ਹੀ ਤੁਮ ਤਾਹੇ ਪਛਾਨਹੁ। ਇਸ ਤਰ੍ਹਾਂ ਹੀ ਤੁਸੀਂ ਪਛਾਣ ਲਓ ਉਸ ਨੂੰ ਜਿਹੜਾ ਸਿਰਫ ਬਾਹਰਲੇ ਕਰਮ ਕਰਦਾ ਹੈ। ਭਗਤਹੀਨ ਜੋ ਪ੍ਰਾਣੀ। ਜਿਹੜਾ ਭਗਤੀ ਤੋਂ ਹੀਣਾ, ਪ੍ਰੇਮ ਤੋਂ ਹੀਣਾ, ਨਿਤਨੇਮ ਤੋਂ ਖਾਲੀ ਹੈ ਮਨੁੱਖ। ਕਲ ਮੈਂ ਮੁਕਤ ਨਾਮ ਤੇ ਪਾਵਤ। ਇਸ ਕਲਯੁਗ ਦੇ ਅੰਦਰ ਮੁਕਤੀ ਮਿਲਦੀ ਹੈ, ਪ੍ਰਾਪਤ ਹੁੰਦੀ ਹੈ ਨਾਮ ਤੋਂ, ਤੇ ਨਾਮ ਦੀ ਦਾਤ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ, ਪੰਜ ਪਿਆਰਿਆਂ ਤੋਂ। ਨਾਮ ਕਿੱਥੋਂ ਮਿਲਦਾ ਸਿੱਖ ਨੂੰ? ਇੱਥੇ ਜਦੋਂ ਗੁਰੂ ਤੋਂ ਨਾਮ ਲੈਣ ਦੀ ਗੱਲ ਹੁੰਦੀ ਹੈ, ਉੱਥੇ ਸਿੱਖੀ ਮੰਡਲ ਦੇ ਅੰਦਰ ਕਿਸੇ ਹੋਰ ਥਾਂ ਤੋਂ ਨਾਮ ਲੈਣ ਦੀ ਗੱਲ ਨਹੀਂ ਹੈ। ਨਾਮ ਦੇਣ ਦਾ ਅਧਿਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੱਸਿਆ ਹੈ। ਉਥੋਂ ਮੁਕਤੀ ਮਿਲਦੀ ਹੈ ਜੀ। ਗੁਰ ਯਹ ਭੇਦ ਬਤਾਵੈ। ਇਹ ਭੇਦ ਪੂਰੇ ਸਤਿਗੁਰੂ ਨੇ ਦੱਸਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਕਹੋ ਨਾਨਕ ਸੋਈ ਨਰ ਗਰੂਆ। ਮਹਾਰਾਜ ਕਹਿੰਦੇ ਨੇ ਸੋਈ ਨਰ ਗਰੂਆ। ਗਰੂਆ ਮੈਨੇ ਭਾਰਾ, ਵੱਡਾ, ਵੱਡਾ ਹੈ ਉਹਦਾ ਜੀਵਨ ਜਿਹੜਾ। ਹੁਣ ਨਰ ਤੇ ਸਾਰੇ ਇੱਕੋ ਜਿਹੇ ਨੇ, ਜੇ ਬਾਹਰੋਂ ਵੇਖੋ ਤੇ ਸਰੀਰ ਇੱਕੋ ਜਿਹੇ ਨੇ, ਪਰ ਉਹ ਨਰ ਗਰੂਆ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਵੀ ਉਹ ਵੱਡਾ ਹੈ। ਇਹ ਤਾਂ ਹੁਣ ਬਾਣੀ ਕਹਿ ਰਹੀ ਆ। ਮੈਂ ਪਿੱਛੇ ਜੀ ਇੱਕ ਪ੍ਰਚਾਰਕ ਦੇ ਪਤਾ ਨਹੀਂ, ਜਾਂ ਤੇ ਇਹਨਾਂ ਨੂੰ ਹਾਈਲਾਈਟ ਹੋਣ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਚਾਹੀਦੀ ਹੈ 6 ਮਹੀਨਿਆਂ ਦੇ ਬਾਅਦ। ਉਹ ਕਹਿੰਦੇ ਬਾਬੇ ਬੁੱਢੇ ਨੇ ਕੋਈ ਨਹੀਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੇਣ ਵਾਸਤੇ ਨਾ ਕੋਈ ਗੰਢਾ ਭੰਨਿਆ, ਤੇ ਨਾ ਉਹਨਾਂ ਨੇ ਕੋਈ ਲੱਸੀ ਛਕੀ ਹੈ, ਤੇ ਨਾ ਕੋਈ ਮਿੱਸੀ ਰੋਟੀ ਖਾਧੀ ਹੈ, ਤੇ ਨਾ ਹੀ ਉਹਨਾਂ ਨੇ ਇਹ ਵਰ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਵੇਗਾ। ਇਸ ਇਹਦੇ ਵਿੱਚੋਂ ਕੀ ਮਿਲਦਾ ਉਹਨੂੰ ਇਹ ਤੇ ਸਮਝ ਨਹੀਂ ਆਉਂਦੀ। ਇੱਕ ਸਮਝ ਜ਼ਰੂਰ ਆਉਂਦੀ ਹੈ ਵੀ ਬਾਣੀ ਦੀ ਕਥਾ ਤੇ ਕਰਨੀ ਨਹੀਂ, ਤੇ ਜਦੋਂ ਲੱਗਦਾ ਵੀ ਲੋਕੀ ਭੁੱਲ ਗਏ, ਮੈਨੂੰ 6 ਕੁ ਮਹੀਨਿਆਂ ਬਾਅਦ ਇੱਕ ਦਲੱਤਾ ਮਾਰ ਦਿੱਤਾ ਵੀ ਇੱਥੇ ਹੈ ਕੋਈ। ਕਹਿੰਦੇ ਬਾਬੇ ਬੁੱਢੇ ਨੇ ਥੋੜੀ ਦੇਣਾ, ਤੇ ਉਦਾਹਰਨ ਪਤਾ ਕਿਹੜੀ ਦੇਣੀ, ਬੰਦੇ ਨੂੰ ਪਿੱਛੇ ਲਾਉਣ ਦਾ ਤਰੀਕਾ ਵੇਖੋ। ਕਹਿੰਦੇ ਬਾਣੀ ਤੇ ਕਹਿੰਦੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਤੁਕ ਕੱਢ ਲਈ ਵਿੱਚੋਂ। ਬਾਣੀ ਦੇ ਦੂਜੇ ਸਾਰੇ ਸ਼ਬਦ ਲੁਕਾ ਲਏ, ਤੇ ਗੁਰੂ ਸਾਹਿਬ ਕਹਿੰਦੇ ਨੇ ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਵਿੱਚ ਦੱਬ ਦਿੱਤਾ ਹੈ, ਆਪਣੇ ਮਤਲਬ ਦੀ ਥੋੜੀ ਜੀ ਕੱਢ ਕੇ ਸੁਣਾਉਂਦਾ, ਉਹ ਬੁਰਾ ਹੈ ਨਰ। ਇਹ ਬਾਣੀ ਦਾ ਫੈਸਲਾ ਹੈ। ਬਾਣੀ ਕੀ ਕਹਿੰਦੀ ਹੈ? ਜਦੋਂ ਪਰਮਾਤਮਾ ਦਾ ਸਰੂਪ ਸਾਰੇ ਸੰਸਾਰ ਦੇ ਵਿੱਚ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਮੇਰੀ ਬੰਦੀ ਭਗਤ ਛੁਡਾਵੈ, ਬੰਧੈ ਭਗਤ ਨਾ ਛੂਟੈ ਮੋਹੇ। ਏਕ ਸਮੈ ਮੋਕੋ ਗਹਿ ਬੰਧੈ ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਇਹਦੀ ਤੇ ਗੱਲ ਕਰਨੀ ਨਹੀਂ ਵਿੱਚ ਲਿਆ ਕੇ। ਇਤਿਹਾਸ ਨੂੰ ਹੀ ਤੋੜਨਾ, ਇਤਿਹਾਸ ਨੂੰ ਤੋੜਨਾ, ਸਿੱਖਾਂ ਦਾ ਵਿਸ਼ਵਾਸ ਉਠਾਉਣਾ। ਹਾਲਾਂਕਿ ਤੁਸੀਂ ਜਾਣਦੇ ਹੋ ਵੀ ਅੱਜ ਵੀ ਉਸ ਥਾਂ ਦੇ ਉੱਤੇ ਜਾ ਕੇ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਥਾਨ ਬਣਿਆ, ਬੀੜ ਬਾਬਾ ਬੁੱਢਾ ਸਾਹਿਬ, ਅੱਜ ਵੀ ਲੋਕਾਂ ਦੀ ਲੋੜ ਉੱਥੇ ਪੂਰੀ ਹੁੰਦੀ ਹੈ। ਇਸ ਚੀਜ਼ ਦੀ ਅੱਜ ਤੱਕ ਹੁੰਦੀ, ਮੈਂ ਆਪਣੀਆਂ ਅੱਖਾਂ ਨਾਲ ਵੇਖੀ।
ਜਦੋਂ ਬਾਣੀ ਇਹ ਗੱਲਾਂ ਕਹਿ ਰਹੀ ਹੈ ਕਿ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਉਹ ਪਰਮੇਸ਼ਰ ਵਰਗਾ ਹੀ ਹੈ, ਉਹਦੇ ਵਿੱਚੋਂ ਰੱਬ ਬੋਲਦਾ। ਗੁਰੂ ਸਾਹਿਬ ਨੇ ਵਡਿਆਈ ਦੇਣੀ ਸੀ ਆਪਣੇ ਸਿੱਖ ਨੂੰ, ਕਰ ਤੇ ਆਪ ਵੀ ਸਕਦੇ ਸੀ। ਗੁਰੂ ਅਰਜਨ ਦੇਵ ਜੀ ਆਪ ਦਾਤੇ ਨੇ, ਆਪ ਦਾਤਾਂ ਦਿੰਦੇ ਨੇ ਗੁਰੂ ਘਰ ਦੇ ਵਿੱਚੋਂ ਸਾਰੇ ਸਿੱਖਾਂ ਨੂੰ। ਗੁਰੂ ਨਾਨਕ ਸਾਹਿਬ ਦਾ ਘਰ ਬਹੁਤ ਵੱਡਾ ਹੈ, ਔਰ ਉਹਨਾਂ ਨੇ ਬਾਣੀ ਵਿੱਚ ਲਿਖਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਵੀ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਗੁਰੂ ਨਾਨਕ ਤੁਠਾ ਹੈ, ਉਹਨਾਂ ਨੇ ਦਾਤ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਬਾਬਾ ਬੁੱਢਿਆ ਤੇਰੇ ਤੋਂ ਓਲੇ ਕਦੀ ਨਾ ਹੋਸਾਂ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਤੂੰ ਜੋ ਕਹੇਂਗਾ ਮੈਂ ਉਹ ਮੰਨਣ ਨੂੰ ਤਿਆਰ ਹਾਂ। ਦਾਤ ਗੁਰੂ ਨਾਨਕ ਨੇ ਦਿੱਤੀ ਹੈ, ਅਰਦਾਸ ਬਾਬੇ ਬੁੱਢੇ ਨੇ ਕੀਤੀ ਹੈ। ਅੱਜ ਵੀ ਭਾਈ ਸਾਹਿਬ ਅਰਦਾਸ ਕਰਦੇ ਨੇ, ਅਰਦਾਸ ਕਰਨ ਦਾ ਸਿੱਖ ਦਾ ਹੱਕ ਹੈ, ਅਧਿਕਾਰ ਹੈ। ਦੇਣੀ ਗੱਲ ਦਾਤ ਗੁਰੂ ਨੇ ਵੇ, ਤੇ ਬਾਬੇ ਬੁੱਢੇ ਨੇ ਇਹ ਬਚਨ ਕੀਤੇ, ਬਣਤ ਬਣਾਈ। ਉਹ ਕੋਈ ਛੋਟੀ ਕੋਈ ਉਹ ਕਹੋ ਨਾਨਕ ਸੋਈ ਨਰ ਗਰੂਆ, ਉਹ ਵੱਡਾ ਹੈ ਮਨੁੱਖ ਜਿਹਨੇ ਸੇਵਾ ਕੀਤੀ, ਜਿਹਨੇ ਸਿਮਰਨ ਕੀਤਾ। ਹੁਣ ਜਿੰਨਾ ਅਸੀਂ ਕੀਤਾ ਕੁਝ ਨਹੀਂ, ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਤੋਲਣ ਲੱਗ ਪੈਂਦੇ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਬਾਣੀ ਨਾਲ ਮੇਲ ਨਹੀਂ ਖਾਂਦੀਆਂ, ਸਿਰਫ ਕੌਮ ਦੇ ਵਿੱਚ ਦੁਬਦਾ ਪਾਉਂਦੀਆਂ ਨੇ। ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਬਾਣੀ ਜਿਹਨੂੰ ਸਿੱਧ ਕਰ ਰਹੀ ਏ ਕਿ ਉਹ ਮਨੁੱਖ ਗਰੂਆ, ਉਹ ਭਾਰਾ ਹੈ, ਵੱਡਾ ਹੈ, ਬੇਅੰਤ ਹੈ। ਜੋ ਪ੍ਰਭ ਕੇ ਗੁਣ ਗਾਵੇ, ਜਿਹੜਾ ਪ੍ਰਭੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਾ ਉਹਦੇ ਵਰਗਾ ਬਣ ਗਿਆ ਹੈ ਜੋਤ ਸਰੂਪ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਓੰਕਾਰ ਧੁਨੀ ਸਰੂਪ ਸਰਵ ਵਿਆਪਕ ਹੈ, ਸਰਵ ਪ੍ਰਕਾਸ਼ਕ ਹੈ, ਔਰ ਪੂਰੇ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅਗਲੇ ਰਾਗ ਰਾਮ ਕਲੀ ਦਾ ਜਿਹੜਾ ਮੰਗਲ ਕਰਦੇ ਹਨ। ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ। ਰਾਮ ਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਦੇ, ਤਿੰਨ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ। ਰੇ ਮਨ ਓਟ ਲਿਓ ਹਰ ਨਾਮਾ, ਇਹ ਮੇਰੇ ਮਨ ਤੂੰ ਵਾਹਿਗੁਰੂ ਦੇ ਨਾਮ ਦੀ ਓਟ ਲੈ। ਜੇ ਤੇਰੀ ਜ਼ਿੰਦਗੀ ਵਿੱਚ ਕੋਈ ਆਸਰਾ, ਤੇਰਾ ਮਨ ਭਟਕਦਾ ਹੈ, ਤੇ ਤੂੰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਓਟ ਲੈ ਲੈ, ਆਸਰਾ ਲੈ ਲੈ। ਜਾ ਕੈ ਸਿਮਰਨ ਦੁਰਮਤ ਨਾਸੈ, ਜਿਹਦਾ ਸਿਮਰਨ ਕਰਨ ਦੇ ਨਾਲ ਮਨ ਦੇ ਵਿੱਚੋਂ ਦੁਰਮਤ ਭੈੜੀ ਮਤ ਦਾ ਨਾਸ ਹੁੰਦਾ ਹੈ, ਵਿਕਾਰਾਂ ਦਾ ਨਾਸ ਹੁੰਦਾ ਹੈ। ਪਾਵਹਿ ਪਦ ਨਿਰਬਾਨਾ ਕਹਿਣ ਲੱਗੇ ਔਰ ਉੱਚੀ ਮੁਕਤ ਪਦਵੀ ਪ੍ਰਾਪਤ ਹੁੰਦੀ ਹੈ, ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ, ਤੇ ਦੁਰਮਤ ਭੱਜ ਜਾਂਦੀ ਹੈ ਅੰਦਰੋਂ। ਬੜ ਭਾਗੀ ਤੇ ਜਨ ਕਉ ਜਾਨਹੁ, ਉਸ ਜਨ ਨੂੰ ਵੱਡੇ ਭਾਗਾਂ ਵਾਲਾ ਸਮਝੋ, ਉੱਚੀ ਕਿਸਮਤ ਵਾਲਾ ਸਮਝੋ ਉਸ ਨੂੰ। ਜੋ ਹਰ ਕੇ ਗੁਣ ਗਾਵੇ, ਜਿਹੜਾ ਹਰੀ ਸੱਚੇ ਪਾਤਸ਼ਾਹ ਜੀਵਨ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਜਨਮ ਜਨਮ ਕੇ ਪਾਪ ਖੋਏ ਕੈ, ਇਸ ਤਰ੍ਹਾਂ ਵਾਹਿਗੁਰੂ ਦੀ ਬੰਦਗੀ ਕਰਕੇ, ਭਗਤੀ ਕਰਕੇ ਕਈ ਜਨਮਾਂ ਦੇ ਪਾਪ ਖਤਮ ਕਰ ਲੈਂਦਾ, ਆਪਣੇ ਖਤਮ ਕਰਕੇ। ਪੁਨ ਬੈਕੁੰਠ ਸਿਧਾਵੇ, ਪਰਤ ਕੇ ਜਦੋਂ ਸਰੀਰ ਤਿਆਗਦਾ ਹੈ ਤੇ ਬੈਕੁੰਠ ਦੇ ਵਿੱਚ ਥਾਂ ਮਿਲਦੀ ਹੈ, ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਅਜਾਮਲ ਕਉ ਅੰਤ ਕਾਲ ਮੈਂ, ਅਜਾਮਲ ਜਿਹਦੀ ਚਰਚਾ ਗੁਰੂ ਸਾਹਿਬ ਵਾਰ-ਵਾਰ ਕਰਦੇ ਆਪਣੀ ਬਾਣੀ ਵਿੱਚ, ਜਿਹੜਾ ਆਪਣੇ ਪੁੱਤਰ ਦਾ ਨਾਮ ਲੈਂਦਾ ਲੈਂਦਾ ਨਰਾਇਣ ਨਾਲ ਜੁੜ ਗਿਆ ਸੀ, ਵਾਹਿਗੁਰੂ ਦੇ ਨਾਲ। ਉਸ ਅਜਾਮਲ ਨੂੰ ਅੰਤ ਵੇਲੇ ਨਾਰਾਇਣ ਸੁਧ ਆਈ, ਨਾਰਾਇਣ ਦੀ ਸੁਧ ਆਈ, ਉਹਦਾ ਸਿਮਰਨ ਚੱਲ ਪਿਆ ਅੰਦਰ ਧੁਨੀ ਸਰੂਪ। ਜਾਗਤ ਕਉ ਜੋਗੀ ਸਰਬਾਛਤ, ਜਿਸ ਅਵਸਥਾ ਨੂੰ ਵੱਡੇ ਵੱਡੇ ਜੋਗੀ ਕਈ ਸਾਲ ਚੌਂਕੜੇ ਲਾ ਕੇ ਲੱਭਦੇ ਰਹੇ, ਸੋ ਗਤ ਛਿਨ ਮਹਿ ਪਾਈ। ਉਹ ਅਵਸਥਾ ਇੱਕ ਛਿਣ ਵਿੱਚ ਮਿਲ ਗਈ ਅਜਾਮਲ ਨੂੰ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਅੱਗੇ ਇੱਕ ਹਾਥੀ ਦਾ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ ਨਾਹਿਨ ਗੁਣ ਨਾਹਿਨ ਕਛ ਵਿਦਿਆ। ਹੁਣ ਇੱਥੇ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਹਾਥੀ ਨੂੰ ਪੜ੍ਹਾਈ ਤੇ ਨਹੀਂ ਸੀ ਆਉਂਦੀ, ਜਿਹੜਾ ਤਰ ਗਿਆ। ਪੜ੍ਹਾਈ ਚੰਗੀ ਚੀਜ਼ ਤਾਂ ਹੈ,
ਇਹ ਕਹਿਣਾ ਵੀ ਪੜ੍ਹਾਈ ਨਾਲ ਰੱਬ ਮਿਲਦਾ ਹੈ, ਇਹ ਤੇ ਬੜੀ ਹਾਸੋਹੀਣੀ ਗੱਲ ਹੈ। ਹੁਣ ਅਸੀਂ ਵੀ ਪੜ੍ਹੇ ਹਾਂ, ਅਸੀਂ ਵੀ ਕਥਾਵਾਚਕ ਬਣੇ ਹਾਂ, ਅਸੀਂ ਆਪਣਾ ਕੋਰਸ ਕੀਤਾ, ਅਸੀਂ ਕਹੀਏ ਵੀ ਕੋਰਸ ਨਾਲ ਮੈਂ ਰੱਬ ਨੂੰ ਮਿਲ ਲਿਆ। ਨਹੀਂ, ਕੋਰਸ ਦੇ ਨਾਲ ਸੋਝੀ ਆ ਸਕਦੀ ਵੀ ਬਾਣੀ ਕੀ ਕਹਿੰਦੀ ਹੈ, ਉਹ ਗੱਲ ਵੱਖਰੀ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਉੱਥੇ ਤਾਂ ਸਾਧ ਸੰਗਤ ਜੀ ਗੁਰੂ ਦੀ ਗੱਲ ਹੈ। ਮੈਂ ਕੱਲ ਹੀ ਵਿਚਾਰ ਕਰ ਰਿਹਾ ਸੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ। ਮੈਂ ਸੋਚਿਆ ਵੀ ਵੇਖੋ, ਗੁਰੂ ਤੇ ਇੰਨਾ ਬਖਸ਼ਿੰਦ ਹੈ ਕਿ ਜਿਹੜੀ ਉਸ ਜਲਾਏ ਦੀ ਖੱਡੀ ਦੀ ਕਿੱਲੀ ਸੁੱਕੀ ਸੀ ਨਾ ਬਿਲਕੁਲ, ਤੇ ਉਹਨੇ ਗੁਰੂ ਸਾਹਿਬ ਨੂੰ ਅੱਗੋਂ ਠੇਡਾ ਲਾਇਆ ਹੈ। ਜਿਨ੍ਹਾਂ ਚੀਜ਼ਾਂ ਨੇ ਗੁਰੂ ਸਾਹਿਬ ਨੂੰ ਠੇਡਾ ਵੀ ਲਾਇਆ, ਗੁਰੂ ਨੇ ਉਹਨਾਂ ਨੂੰ ਵੀ ਹਰਾ ਕਰ ਦਿੱਤਾ ਹੈ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਇਹ ਤਾਂ ਕਹਿੰਦੇ ਨੇ ਵੇਖੋ, ਜਿਹੜਾ ਹਾਥੀ ਸੀ ਉਹਨੇ ਕਿਹੜਾ ਕੋਰਸ ਕੀਤਾ ਹੋਇਆ ਸੀ, ਜਿਹੜਾ ਤਰ ਗਿਆ ਵਾਰ-ਵਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿਹੜਾ ਕੋਰਸ ਕੀਤਾ ਸੀ ਉਹਨੇ। ਇੱਥੇ ਮੈਂ ਇਹ ਨਹੀਂ ਕਹਿੰਦਾ ਵੀ ਕੋਰਸ ਨਹੀਂ ਕਰਨਾ ਚਾਹੀਦਾ, ਨਹੀਂ, ਵਿਦਿਆ ਜਿੰਨੀ ਹੋਵੇ ਸਿੱਖ ਦੇ ਕੋਲ ਤੇ ਜਿੰਨੀਆਂ ਭਾਸ਼ਾਵਾਂ ਦੀ ਹੋਵੇ ਚੰਗੀ ਹੈ, ਪਰ ਸਿੱਖ ਆਪਣੀ ਭਾਸ਼ਾ ਨੂੰ ਹਾਈਲਾਈਟ ਰੱਖੇ, ਆਪਣੀ ਭਾਸ਼ਾ ਨੂੰ, ਗੁਰਮੁਖੀ ਨੂੰ ਅੱਗੇ ਰੱਖੇ। ਸਾਰੇ ਧਰਮਾਂ ਨੂੰ ਚਾਹੀਦਾ, ਮੈਂ ਇਕੱਲਾ ਸਿੱਖਾਂ ਨੂੰ ਨਹੀਂ ਕਹਿੰਦਾ। ਉਹ ਹਿੰਦੂ ਸੱਜਣ ਹੈ, ਉਹਦੇ ਵਾਸਤੇ ਹਿੰਦੀ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ, ਪਰ ਹੋਵੇ ਸਿੱਖ ਤੇ ਉਹ ਗੁਰਮੁਖੀ ਤੋਂ ਭੱਜੇ, ਪੰਜਾਬੀ ਤੋਂ ਭੱਜੇ। ਤੁਸੀਂ ਹੈਰਾਨ ਹੋਵੋਗੇ ਵੀ ਸ਼ਹਿਰਾਂ ਥਾਵਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਸਿੱਖਾਂ ਦੇ ਘਰਾਂ ਵਿੱਚ ਹਿੰਦੀ ਬੋਲਦੇ ਨੇ। ਨਹੀਂ, ਗੁਰਮੁਖੀ ਜਿੰਨਾ ਚਿਰ ਤੁਸੀਂ ਨਾ ਬੋਲੀ, ਆ ਵਿਦੇਸ਼ ਵਿੱਚ ਚਲੇ ਜਾਓ, ਅੱਗੋਂ ਨਿਆਣੇ ਉੱਥੇ ਪੜ੍ਹਦੇ ਨੇ, ਅੰਗਰੇਜ਼ੀ ਬੋਲੀ ਜਾਂਦੇ ਨੇ। ਤੁਹਾਡਾ ਆਪਣਾ ਸਰੂਪ ਕੀ ਰਹੇਗਾ? ਤੁਹਾਡੀ ਆਪਣੀ ਕੌਮ ਦਾ ਕੀ ਬਣੇਗਾ? ਜੇ ਕੌਮ ਨੂੰ ਬਚਾਉਣਾ ਹੈ ਤੇ ਦੋ ਚੀਜ਼ਾਂ ਕੌਮ ਦੀਆਂ ਰੱਖੋ, ਇੱਕ ਕੌਮ ਦੀ ਭਾਸ਼ਾ ਤੇ ਇੱਕ ਕੌਮ ਦਾ ਪਹਿਰਾਵਾ। ਇਹਦੇ ਉੱਤੇ ਬਹੁਤ ਵੱਡਾ ਇਹ ਬੇਸ ਹੈ, ਬਹੁਤ ਵੱਡਾ ਸਿੱਖ ਕੌਮ ਦਾ। ਗੁਰਮੁਖੀ ਨੂੰ ਬੋਲਣਾ ਇਹ ਬੜੀ ਵੱਡੀ ਸੇਵਾ ਹੈ। ਪਰ ਕਹਿੰਦੇ ਵੇਖੋ, ਜਦੋਂ ਕਿਰਪਾ ਹੁੰਦੀ ਏ, ਉਹ ਜਿਹੜਾ ਗੱਜ ਹਾਥੀ ਸੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਤੇ ਉਹਦੇ ਅੰਦਰ ਕੋਈ ਗੁਣ ਸੀ ਵੀ ਉਹਨੇ ਬਹਿ ਕੇ ਚੌਂਕੜਾ ਲਾ ਕੇ ਭਗਤੀ ਕੀਤੀ ਸੀ, ਬੰਦਗੀ ਕੀਤੀ ਸੀ, ਤੇ ਨਾ ਹੀ ਨਾ ਹਿਨ ਗੁਣ ਨਾ ਹਿਨ ਕਛ ਵਿਦਿਆ, ਨਾ ਹੀ ਕੋਈ ਵਿਦਿਆ ਸੀ। ਪੜੋ ਇੱਕ ਵਾਰੀ ਫਿਰ, ਨਾ ਹਿਨ ਗੁਣ ਨਾ ਹਿਨ ਕਛ ਵਿਦਿਆ। ਉਸ ਗੱਜ ਹਾਥੀ ਦੇ ਕੋਲ ਨਾ ਕੋਈ ਗੁਣ ਸੀ ਤੇ ਨਾ ਪੜ੍ਹਾਈ ਕੀਤੀ ਸੀ ਉਸਨੇ। ਧਰਮ ਕੌਣ ਗੱਜ ਕੀਨਾ। ਉਸ ਗੱਜ ਹਾਥੀ ਨੇ ਕਿਹੜਾ ਧਰਮ ਕਮਾਇਆ ਸੀ, ਕਿਹੜੇ ਧਰਮ ਦਾ ਅਨੁਯਾਈ ਬਣਿਆ ਸੀ। ਹੁਣ ਜੇ ਕਹੀਏ ਵੀ ਫਲਾਣੇ ਥਾਂ ਤੋਂ ਉਹਨੇ, ਜਦੋਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਨੇ ਕਈ ਵਾਰੀ ਸਿੱਧੀ ਵੀ ਕਰ ਦੇਣੀ। ਇੱਥੇ ਇਹਦਾ ਅਰਥ ਇਹ ਨਾ ਸਮਝਣਾ ਵੀ ਧਰਮ ਨਹੀਂ ਅਪਣਾਉਣਾ ਚਾਹੀਦਾ, ਉਹ ਉਹਦੇ ਵਾਸਤੇ ਹੈ, ਪਰਸਨਲ ਹੈ, ਉਹਨੂੰ ਕੰਮ ਦਿੱਤਾ ਹੈ। ਕਿਹੜਾ ਧਰਮ ਕੀਤਾ ਸੀ ਉਸਨੇ? ਨਾਨਕ ਬਿਰਦ ਰਾਮ ਕਾ ਦੇਖੋ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸੁਭਾਅ ਵੇਖੋ ਸੱਚੇ ਪਾਤਸ਼ਾਹ ਜੀ ਦਾ। ਅਭੈ ਦਾਨ ਤਿਹ ਦੀਨਾ। ਉਹਨੂੰ ਮੁਕਤ ਅਵਸਥਾ ਦੇ ਦਿੱਤੀ ਹੈ ਵਾਹਿਗੁਰੂ ਨੇ। ਰਾਮ ਕਲੀ ਮਹੱਲਾ ਨਾਵਾ। ਰਾਮ ਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਾਧੋ ਕੌਣ ਜੁਗਤ ਅਬ ਕੀਜੈ। ਹੇ ਸਾਧੋ, ਹੇ ਗੁਰਮੁਖੋ, ਕਿਹੜੀ ਜੁਗਤ ਕਰੀਏ, ਕਿਹੜਾ ਤਰੀਕਾ ਕਰੀਏ? ਸਲਾਹਾਂ ਕਰਦੇ ਨੇ ਆਪਸ ਵਿੱਚ ਗੁਰਸਿੱਖ, ਕਿਹੜਾ ਪਾਠ ਕਰੀਏ, ਕਿਹੜਾ ਤਰੀਕਾ ਬਣਾਈਏ ਗੁਰੂ ਕੀ ਖੁਸ਼ੀ ਵਾਸਤੇ। ਜਾਤੇ ਦੁਰਮਤ ਸਗਲ ਬਿਨਾਸੈ। ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਮਨ ਦੇ ਵਿੱਚੋਂ ਭੈੜੀ ਮਤ ਬਿਨਸ ਜਾਏ, ਸਾਰੀ ਮਾੜੀ ਮਤ। ਰਾਮ ਭਗਤ ਮਨ ਭੀਜੈ ਰਹਾਉ। ਔਰ ਵਾਹਿਗੁਰੂ ਦੀ ਭਗਤੀ ਵਿੱਚ ਮਨ ਜੁੜ ਜਾਏ, ਭਿੱਜ ਜਾਏ ਚੰਗੀ ਤਰ੍ਹਾਂ। ਮਨ ਮਾਇਆ ਮਹਿ ਉਰਜ ਰਹਿਓ ਹੈ। ਇਹ ਮਨ ਸਾਡਾ ਜਿਹੜਾ ਮਾਇਆ ਦੇ ਵਿੱਚ ਹੀ ਉਲਝਿਆ ਹੋਇਆ, ਫਸਿਆ ਪਿਆ ਹੈ ਬਿਲਕੁਲ। ਬੂਝੈ ਨਹਿ ਕਛ ਗਿਆਨਾ। ਤੇ ਕੋਈ ਗਿਆਨ ਨਹੀਂ ਬੁੱਝਣ ਦਿੰਦਾ। ਗੁਰੂ ਦੀ ਗੱਲ ਵੀ ਅੰਦਰ ਨਹੀਂ ਜਾਂਦੀ, ਕੰਨਾਂ ਦੇ ਚਲੀ ਜਾਏ ਤੇ ਪਤਾ ਨਹੀਂ ਲੱਗਦਾ ਕੁਝ। ਕੌਣ ਨਾਮ ਜਗ ਜਾ ਕੈ ਸਿਮਰੈ। ਉਹ ਕਿਹੜਾ ਨਾਮ ਹੈ, ਕਿਹੜਾ ਉਪਾਵ ਕਰੀਏ ਜਿਹਦਾ ਸਿਮਰਨ ਕਰਨ ਦੇ ਨਾਲ ਨਾਮ ਦਾ ਪਾਵੈ ਪਦ ਨਿਰਬਾਨਾ। ਮੁਕਤ ਅਵਸਥਾ ਦੀ ਪ੍ਰਾਪਤੀ ਕਰ ਲੈਂਦਾ ਹੈ। ਭਏ ਦਇਆਲ ਕਿਰਪਾਲ ਸੰਤ ਜਨ। ਇੱਥੇ ਮਹਾਰਾਜ ਨੇ ਸੰਤ ਜਨਾਂ ਦੀ ਗੱਲ ਕੀਤੀ ਹੈ।
ਜਿਨ੍ਹਾਂ ਦੇ ਉੱਤੇ ਸੰਤ ਜਨ ਕਿਰਪਾਲੂ ਹੋਏ ਨੇ, ਦਿਆਲੂ ਹੋਏ ਹਨ, ਤਬ ਇਹ ਬਾਤ ਬਤਾਈ। ਉਹਨਾਂ ਨੇ ਗੱਲ ਦੱਸੀ ਹੈ। ਮਹਾਰਾਜ ਗਰੀਬ ਨਵਾਜ ਗੁਰਮੁਖਾਂ ਦੀ ਸੰਗਤ ਦੀ ਗੱਲ ਕਰਦੇ ਹਨ। ਸਰਬ ਧਰਮ ਮਾਨੋ ਤੇ ਕੀਏ। ਇਹ ਸਮਝ ਲਵੋ ਉਹਨੇ ਸਾਰੇ ਧਰਮ ਕਰ ਲਏ, ਸਾਰੇ ਧਰਮ ਕਮਾ ਲਏ। ਕੀ ਕੀਤਾ? ਕਿਹੜੀ ਗੱਲ ਦੇ ਨਾਲ ਸਾਰੇ ਧਰਮ ਕਮਾਏ? ਅੱਗੇ ਦੱਸਦੇ ਹਨ, ਜਿਹ ਪ੍ਰਭ ਕੀਰਤ ਗਾਈ। ਜਿਨਨੇ ਵਾਹਿਗੁਰੂ ਦੀ ਕੀਰਤ ਗਾਈ ਹੈ, ਉਸਤਤ ਕੀਤੀ। ਕੀਰਤਨ ਨੂੰ ਇੰਨੀ ਮਹਾਨਤਾ ਦਿੱਤੀ ਸੱਚੇ ਪਾਤਸ਼ਾਹ ਨੇ। ਤੇ ਇੱਕ ਕੀਰਤਨ ਸਟੇਜ ਦਾ ਹੈ, ਇੱਕ ਬਾਣੀ ਨੂੰ ਕੀਰਤਨ ਦੇ ਰੂਪ ਵਿੱਚ ਪੜ੍ਹਨਾ। ਆਪਾਂ ਨਿਤਨੇਮ ਵੀ ਕਰਨੇ ਆ ਨਾ, ਪਿਆਰ ਨਾਲ ਕਰੀਏ, ਉਹ ਵੀ ਕੀਰਤਨ ਹੈ। ਨਿਤਨੇਮ ਜਿਹੜਾ ਜਿਹੜੀ ਚੀਜ਼ ਨੂੰ ਗਾਇਆ ਜਾਂਦਾ ਹੈ, ਇਹ ਸਮਝ ਲਓ ਸਾਰੇ ਧਰਮ ਆ ਗਏ ਉਹਦੇ ਅੰਦਰ। ਰਾਮ ਨਾਮ ਨਰ ਨਿਸਬਾਸਰ ਮਹਿ। ਜਿਹੜਾ ਮਨੁੱਖ ਦਿਨ ਰਾਤ ਦੇ ਅੰਦਰ ਵਾਹਿਗੁਰੂ ਦੇ ਨਾਮ ਦੇ ਨਾਲ ਨਿਮਖ ਏਕ ਉਰ ਧਾਰੈ। ਇਸ ਤਰ੍ਹਾਂ 24 ਘੰਟਿਆਂ ਵਿੱਚੋਂ ਇੱਕ ਨਿਮਖ ਵੀ ਅਟੈਚਮੈਂਟ ਹੋ ਜਾਏ, ਉਰ ਧਾਰੈ ਹਿਰਦੇ ਦੇ ਅੰਦਰ। ਜਪੇ ਭਾਵੇਂ 24 ਘੰਟੇ, ਪਰ ਉਹ ਜਿਹੜੀ ਘੜੀ ਆਉਂਦੀ ਹੈ ਨਾ, ਉਹ ਇੱਕੋ ਬਸ ਝਟਕਾ ਹੀ ਹੈ। ਬਸ ਝਟਕੇ 'ਚ ਹੀ ਕੰਮ ਪਾਰ ਹੋ ਜਾਂਦਾ। ਨਾਮ ਵਿੱਚ ਇੰਨੀ ਸ਼ਕਤੀ ਹੈ। ਫਿਰ ਸਾਰੀ ਉਮਰ ਕਿਉਂ ਲਾਈ ਦੀ ਹੈ? ਸਾਰੀ ਉਮਰ ਤਾਂ ਲਾਉਣੀ ਹੈ ਵੀ ਉਹ ਇੱਕ ਪਲ ਆ ਜਾਏ। ਉਹ ਤੇ ਇਸ ਤਰ੍ਹਾਂ ਦਾ ਕਰੰਟ ਹੈ ਸਾਧ ਸੰਗਤ ਜੀ, ਥੋੜਾ ਜਿਹਾ ਛੂਣ ਦੀ ਦੇਰ ਹੈ, ਬਸ ਨਾਲ ਹੀ ਉਹਨੇ ਪੁੱਟ ਕੇ ਭਗਾ ਦੇਣਾ ਸਾਰਾ ਕੁਝ ਪਿਛਲੇ ਜਨਮਾਂ ਦਾ ਬਾਹਰ ਅੰਦਰ ਪ੍ਰਕਾਸ਼ ਕਰ ਦੇਣਾ। ਮਹਾਰਾਜ ਕਹਿੰਦੇ ਏਕ ਨਿਮਖ ਏਕ ਉਰ ਧਾਰੈ। ਇੱਕ ਥੋੜੀ ਜੀ ਅੱਖ ਝਪਕਣ ਦੇ ਸਮੇਂ ਵਿੱਚ ਹੀ ਵਰਤਾਰੇ ਵਰਤਾ ਦਿੰਦੇ ਹਨ ਸਤਿਗੁਰੂ। ਜਮ ਕੋ ਤਰਾਸ ਮਿਟੈ ਨਾਨਕ ਤਿਹ। ਉਹਨਾਂ ਦੇ ਜਮਾਂ ਦਾ ਤਰਾਸ, ਮੌਤ ਦਾ ਡਰ ਖਤਮ ਹੋ ਗਿਆ। ਆਪਣੋ ਜਨਮ ਸਵਾਰੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੇ ਜਨਮ ਸਵਾਰ ਲਿਆ ਆਪਣਾ। ਰਾਮ ਕਲੀ ਮਹੱਲਾ ਨਾਵਾ। ਨੌਵੇਂ ਪਾਤਸ਼ਾਹ ਜੀ ਰਾਮ ਕਲੀ ਰਾਗ ਵਿੱਚ ਫਰਮਾਉਂਦੇ ਹਨ, ਪ੍ਰਾਨੀ ਨਾਰਾਇਣ ਸੁਧ ਲੇਹ। ਇਹ ਪ੍ਰਾਣੀ ਨਾਰਾਇਣ ਦਾ ਸਿਮਰਨ ਕਰ, ਸੁਧ ਲੈ, ਸੁਧ ਖਬਰ, ਅਵੇਅਰਨੈਸ ਪੈਦਾ ਕਰ ਅੰਦਰ। ਸਿਮਰਨ ਕਰ ਨਾਰਾਇਣ ਦਾ। ਛਿਨ ਛਿਨ ਔਦ ਘਟੈ ਨਿਸਬਾਸੁਰ। ਇੱਕ ਸੈਕਿੰਡ ਕਰਕੇ ਆ ਸੂਈ ਚੱਲੀ ਜਾਂਦੀ ਹੈ, ਤੇ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾਂਦੀ ਹੈ। ਬਿਰਥਾ ਜਾਤ ਹੈ ਦੇਹ ਰਹਾਉ। ਏਡੀ ਕੀਮਤੀ ਦੇਹ ਵਿਅਰਥ ਗੁਆਚਦੀ ਜਾਂਦੀ ਹੈ, ਸਮਾਂ ਵਿਅਰਥ ਗੁਜ਼ਰਦਾ ਜਾਂਦਾ ਤੇਰਾ। ਤਰਨਾ ਪੋ ਬਿਖ ਅਨਸਿਓ ਖੋਇਓ। ਜਿਹੜਾ ਤਰਨਾ ਪੋ, ਤਰਨ ਮੈਨੇ ਜਵਾਨੀ, ਇਹ ਤਾਂ ਵਿਕਾਰਾਂ ਵਿੱਚ ਗਵਾ ਦਿੱਤੀ ਜਵਾਨੀ ਤੂੰ। ਬਾਲਪਨ ਅਗਿਆਨਾ। ਤੇ ਬਚਪਨ ਸਾਰਾ ਖੇਡਦਿਆਂ ਅਗਿਆਨਾ, ਕੋਈ ਪਤਾ ਹੀ ਨਾ ਲੱਗਾ ਕਦੋਂ ਲੰਘ ਗਿਆ ਬਚਪਨ। ਬਿਰਧ ਭਇਓ ਅਜਹੂ ਨਹੀਂ ਸਮਝੈ। ਪਰ ਹੁਣ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਅਜੇ ਵੀ ਨਹੀਂ ਸਮਝਦਾ। ਹੁਣ ਚਲਾਕ ਬਹੁਤਾ ਹੋ ਗਿਆ, ਲੋਕਾਂ ਨੂੰ ਪੜਾਉਣ ਵਿੱਚ ਬੜਾ ਸਵਾਦ ਆਉਂਦਾ ਤੈਨੂੰ। ਦੁਨੀਆ ਵਿੱਚ 90% ਲੜਾਈਆਂ ਬਜ਼ੁਰਗ ਕਰਾਉਂਦੇ ਨੇ। ਇਹਦਾ ਤੁਸੀਂ ਇਹ ਨਾ ਸਮਝਣਾ ਵੀ ਸਾਰਿਆਂ ਨੂੰ ਕਹਿ ਰਿਹਾ, ਬਹੁਤੇ ਥਾਵਾਂ ਤੇ ਉਹ ਕਿਉਂਕਿ ਤਜਰਬਾ ਬੜਾ ਹੁੰਦਾ ਹੈ, ਉਹਨਾਂ ਨੂੰ ਜੁਗਤ ਬੜੀ ਆਉਂਦੀ ਹੈ। ਇਸ ਲਈ ਮਸਕੀਨ ਜੀ ਕਿਹਾ ਕਰਦੇ ਸਨ ਵੀ ਦੁਨੀਆ ਦੇ 95% ਜਿਹੜੇ ਰਾਜਨੀਤਿਕ ਨੇ ਉਹ ਜ਼ਿਆਦੇ ਬਜ਼ੁਰਗ ਨੇ ਉਹਨਾਂ ਦੇ ਵਿੱਚੋਂ। ਔਰ ਜਿਨ੍ਹਾਂ ਤੇ ਕਿਰਪਾ ਹੈ ਉਹਨਾਂ ਬਾਰੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹਨਾਂ ਨੂੰ ਬਜ਼ੁਰਗਾਂ ਨੂੰ ਨਹੀਂ ਕਿਹਾ, ਪਰ ਕਿਉਂਕਿ ਉਹਨਾਂ ਦੀ ਚਲਾਕੀ ਵੱਧ ਜਾਂਦੀ ਏ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਿਰਧ ਭਇਓ ਅਜਹੂ ਨਹੀਂ ਸਮਝੈ। ਕਹਿੰਦੇ ਹੁਣ ਬੁੱਢਾ ਹੋ ਗਿਆ, ਅਜੇ ਵੀ ਨਹੀਂ ਸਮਝਦਾ ਵੀ ਹੁਣੇ ਹੀ ਸਿਮਰਨ ਕਰ ਲਵਾਂ। ਕੌਣ ਕੋ ਮਤ ਉਰਝਾਨਾ। ਕਿਹੜੀ ਭੈੜੀ ਮੱਤ ਵਿੱਚ ਤੂੰ ਉਲਝਿਆ ਹੋਇਆ ਹੈ, ਕਿਹੜੀ ਮਾੜੀ ਮੱਤ ਵਿੱਚ ਉਲਝ ਗਿਆ ਪਿਛਲੀ ਉਮਰੇ। ਮਾਨਸ ਜਨਮ ਦਿਓ ਜਿਹ ਠਾਕੁਰ। ਜਿਸ ਸੱਚੇ ਪਾਤਸ਼ਾਹ ਨੇ ਤੈਨੂੰ ਮਾਨਸ ਜਨਮ, ਮਨੁੱਖਾ ਜਨਮ ਦਿੱਤਾ ਹੈ, ਸੋ ਤੈ ਕਿਉ ਬਿਸਰਾਇਓ। ਐਸੇ ਵੈਗਰੂ ਨੂੰ ਤੂੰ ਕਿਉਂ ਭੁਲਾਇਆ ਹੈ। ਮੁਕਤ ਹੋਤ ਨਰ ਜਾ ਕੈ ਸਿਮਰੈ। ਜਿਸ ਵੈਗਰੂ ਦੇ ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ। ਨਿਮਖ ਨਾ ਤਾ ਕਉ ਗਾਇਓ। ਉਹਨੂੰ ਕਦੀ ਮਨ ਟਿਕਾ ਕੇ ਇੱਕ ਨਿਮਖ ਭਰ ਵਾਸਤੇ ਵੀ ਨਹੀਂ ਤੂੰ ਕਦੀ ਗਾਇਆ, ਨਹੀਂ ਸਿਮਰਨ ਨਹੀਂ ਕੀਤਾ ਉਸ ਦਾ। ਮਾਇਆ ਕੋ ਮਦ ਕਹਾ ਕਰਤ ਹੈ। ਇਸ ਜਿਹੜੀ ਤੂੰ ਮਾਇਆ ਇਕੱਠੀ ਕੀਤੀ ਇਹਦਾ ਕਾਹਦਾ ਹੰਕਾਰ ਕਰਦਾ ਹੈ। ਸੰਗ ਨਾ ਕਾਹੂ ਜਾਈ। ਇਹ ਕਿਸੇ ਦੇ ਨਾਲ ਨਹੀਂ ਜਾਂਦੀ ਮਾਇਆ, ਅੱਜ ਤੱਕ ਗਈ ਨਹੀਂ ਕਦੀ। ਨਾਨਕ ਕਹਿਤ ਚੇਤ ਚਿੰਤਾ ਮਨ। ਗੁਰੂ ਸਾਹਿਬ
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚੇਤੇ ਕਰ ਚਿੰਤਾ ਮਣੀ ਜੋ ਚਮਕ ਰਿਹਾ ਮਣੀ ਵਾਂਗੂ ਪਰਮੇਸ਼ਰ ਉਹਦਾ ਚਿੰਤਨ ਕਰ। ਹੋਏ ਹੈ ਅੰਤ ਸਹਾਈ ਅੰਤ ਨੂੰ ਤੇਰਾ ਸਹਾਈ ਹੋਵੇਗਾ ਜਿਹੜਾ ਤੇਰਾ ਆਸਰਾ ਬਣੇਗਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਵਾਂ ਰਾਗ ਸ਼ੁਰੂ ਕਰਦੇ ਮਾਰੂ ਰਾਗ ਵਿੱਚ ਮਹਾਰਾਜ ਕਹਿੰਦੇ ਅਕਾਲ ਪੁਰਖ ਇੱਕ ਧੁਨੀ ਸਰੂਪ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਾਰੂ ਮਹੱਲਾ ਨਾਵਾ। ਮਾਰੂ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਹਰ ਕੋ ਨਾਮ ਸਦਾ ਸੁਖਦਾਈ। ਜਿਹੜਾ ਸਦਾ ਸੁਖ ਦੇਣ ਵਾਲਾ ਆਨੰਦ ਵਾਲਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਹੈ। ਜਾ ਕਉ ਸਿਮਰ ਅਜਾਮਲ ਉਦਰਿਓ। ਜਿਹਦਾ ਸਿਮਰਨ ਕਰਕੇ ਅਜਾਮਲ ਉਦਰਿਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਬਹੁਤਾ ਸੰਕੋਚ ਕੇ ਰੱਖਿਆ, ਬਹੁਤੇ ਗ੍ਰੰਥਾਂ ਵੱਲ ਜਾਪਦਾ ਨਹੀਂ ਗਏ, ਕਿਉਂਕਿ ਵਾਰ-ਵਾਰ 3-4 ਉਦਾਹਰਨਾਂ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਹੁਤੀ ਜਾਣਕਾਰੀ ਦੇ ਨਾਲ ਜ਼ਰੂਰੀ ਨਹੀਂ ਕਿ ਪਰਮੇਸ਼ਰ ਨੂੰ ਖੁਸ਼ ਕੀਤਾ ਜਾਏ। ਉਸ ਘੇਰੇ ਦੇ ਵਿੱਚ ਉਹ ਅਜਾਮਲ ਦੀ ਫਿਰ ਗੱਲ ਕਰਦੇ ਨੇ, ਕਹਿੰਦੇ ਅਜਾਮਲ ਦਾ ਉਧਾਰ ਹੋ ਗਿਆ ਸਿਮਰਨ ਕਰਕੇ। ਗਨਕਾਹੂ ਗਤ ਪਾਈ ਰਹਾਓ। ਅਤੇ ਵੇਸਕਾ ਗਣਕਾ ਦੀ ਉੱਚੀ ਅਵਸਥਾ ਬਣ ਗਈ। ਸੱਚੇ ਪਾਤਸ਼ਾਹ ਕਹਿੰਦੇ ਹਨ, ਪੰਚਾਲੀ ਕਉ ਰਾਜ ਸਭਾ ਮਹਿ। ਪੰਚਾਲੀ 5 ਪਤੀਆਂ ਦੀ ਇਸਤਰੀ ਦ੍ਰੋਪਦੀ, ਉਹਨੂੰ ਰਾਜ ਸਭਾ ਦੇ ਵਿੱਚ ਕਹਿੰਦੇ ਜਿੱਥੇ ਦਰਬਾਰ ਲੱਗਾ ਹੋਇਆ ਸੀ ਔਰ ਜਿੱਥੇ ਦੁਸ਼ਾਸਨ ਨੇ ਉਹਦੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਕਹਿੰਦੇ ਕਾਦੀ ਸੁਧ ਆਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਕਹਿੰਦੇ ਹਨ, ਰਾਮ ਨਾਮ ਸੁਧ ਆਈ। ਰਾਮ ਨਾਮ, ਇੱਥੇ ਹੋਰ ਕੋਈ ਨਹੀਂ ਨਾਮ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਅਵਿਅਕਤ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ ਉਸਨੇ। ਤਾਕੋ ਦੁਖ ਹਰਿਓ ਕਰੁਣਾ ਮੈਂ। ਉਹਦਾ ਦੁੱਖ ਦੂਰ ਕੀਤਾ ਕਰੁਣਾ ਮੈਂ, ਕਿਰਪਾ ਦੇ ਦਾਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ। ਆਪਣੀ ਪੈਜ ਵਢਾਈ। ਅਤੇ ਆਪਣੀ ਪੈਜ ਨੂੰ ਵਧਾਇਆ ਹੈ, ਆਪਣੀ ਭਗਤੀ ਕਰਨ ਵਾਲਿਆਂ ਦੀ ਪੈਜ ਰੱਖੀ ਹੈ। ਜੇ ਨਰ ਜਸ ਕਿਰਪਾ ਨਿਧ ਗਾਇਓ। ਜਿਸ ਨਰ ਨੇ ਵੀ, ਜਿਸ ਮਨੁੱਖ ਨੇ ਵੀ ਕਿਰਪਾ ਨਿਧ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਗਾਇਆ ਗਰੀਬ ਨਵਾਜ, ਤਾ ਕਉ ਭਇਓ ਸਹਾਈ। ਉਹਨਾਂ ਦੀ ਬੜੀ ਸਹਾਇਤਾ ਕਰਦੇ ਨੇ ਸੱਚੇ ਪਾਤਸ਼ਾਹ, ਬਹੁਤ ਕਿਰਪਾ ਕਰਦੇ ਹਨ। ਕਹੋ ਨਾਨਕ ਮੈਂ ਇਹੀ ਭਰੋਸਾ। ਮਹਾਰਾਜ ਕਹਿੰਦੇ ਮੈਂ ਇਸੇ ਭਰੋਸੇ ਦੇ ਕਰਕੇ ਹੀ ਗਹੀ ਆਨ ਸਰਨਾਈ। ਆਣ ਕੇ ਸਰਨਾਈ ਲੈ ਲਈ, ਸੱਚੇ ਪਾਤਸ਼ਾਹ ਦੀ ਸ਼ਰਨ ਪੈ ਗਏ ਹਾਂ। ਮਾਰੂ ਮਹੱਲਾ ਨਾਵਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਮਾਰੂ ਰਾਗ ਵਿੱਚ, ਅਬ ਮੈਂ ਕਹਾ ਕਰਉ ਰੀ ਮਾਈ। ਇਹ ਮਾਈ ਹੈ ਮੇਰੀ ਸੁਰਤੀ, ਮੈਂ ਹੁਣ ਕਿਵੇਂ ਕਰਾਂ, ਕਿਵੇਂ ਅੱਗੇ ਤੁਰਾਂ ਹੁਣ। ਸਗਲ ਜਨਮ ਬਿਖ ਅਨਸਿਓਖ ਹੋਇਆ। ਸਾਰਾ ਜਨਮ ਵਿਕਾਰਾਂ ਵਿੱਚ ਹੀ ਗਵਾ ਦਿੱਤਾ ਆਪਣਾ। ਸਿਮਰਿਓ ਨਾਹੇ ਕਨਾਈ ਰਹਾ। ਤੇ ਕਦੀ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਕਨਹਾਈ ਦਾ। ਵਾਹਿਗੁਰੂ ਦਾ ਇੱਥੇ ਅਰਥ ਵਾਹਿਗੁਰੂ ਬਣਦੇ ਅਕਾਲ ਪੁਰਖ। ਕਾਲ ਫਾਸ ਜਬ ਗਰ ਮਹਿ ਮੇਲੀ। ਜਦੋਂ ਮੌਤ ਦੀ ਫਾਈ ਗਲ ਵਿੱਚ ਆ ਕੇ ਪੈ ਗਈ ਜਿਸ ਵੇਲੇ, ਤੇ ਸੁਧ ਸਭ ਬਿਸਰਾਈ। ਉਹਨੇ ਸਾਰੀ ਸੁਧ, ਸਾਰਾ ਹੰਕਾਰ ਤੋੜ ਦੇਣਾ ਆਣ ਕੇ। ਰਾਮ ਨਾਮ ਬਿਨ ਜਾ ਸੰਕਟ ਮਹਿ। ਇਸ ਮੌਤ ਦੇ ਸੰਕਟ ਵਿੱਚ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਕੋ ਅਬ ਹੋਤ ਸਹਾਈ। ਕੌਣ ਸਹਾਈ ਹੋਵੇ ਹੁਣ, ਕੌਣ ਸਹਾਇਤਾ ਕਰੇ ਹੁਣ। ਜੋ ਸੰਪਤ ਆਪਣੀ ਕਰ ਮਾਨੀ। ਜਿਹੜੀ ਸੰਪਤੀ ਤੇ ਧਨ ਆਪਣਾ ਕਰਕੇ ਸਮਝਿਆ ਸੀ ਕਿ ਮੇਰਾ ਸਦਾ ਨਾਲ ਰਹਿਣ ਵਾਲਾ, ਛਿਨ ਮਹਿ ਭਈ ਪਰਾਈ। ਮੌਤ ਦੇ ਆਉਂਦੇ ਇੱਕ ਛਿਣ ਦੇ ਵਿੱਚ ਪਰਾਈ ਹੋ ਗਈ, ਦੂਜਿਆਂ ਦੇ ਨਾਂ ਲੱਗ ਗਈ ਮਾਇਆ ਸਾਰੀ। ਕਹੋ ਨਾਨਕ ਯਹ ਸੋਚ ਰਹੀ ਮਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜਾਗੇ ਹੋਏ ਗੁਰਮੁਖ ਨੇ ਉਹਨਾਂ ਦੇ ਅੰਦਰ ਸਦਾ ਇੱਕੋ ਹੀ ਸੋਚ ਬਣੀ ਰਹਿੰਦੀ ਹੈ, ਚਿੰਤਾ ਬਣੀ ਰਹਿੰਦੀ ਹੈ। ਹਰ ਜਸ ਕਬਹੂ ਨਾ ਗਾਈ। ਕਿ ਕਦੀ ਵਾਹਿਗੁਰੂ ਦਾ ਜਸ ਨਹੀਂ ਗਾਇਆ, ਕਦੀ ਵਾਹਿਗੁਰੂ ਦੇ ਸਿਮਰਨ ਨਹੀਂ ਕੀਤੇ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਸਾਰੇ ਗੁਰੂ ਸ਼ਬਦ ਦੇ ਨਾਲ ਜੁੜੀਏ, ਪਿਆਰ ਨਾਲ ਸਤਿਗੁਰਾਂ ਦੇ ਪਿਆਰ ਵਿੱਚ ਜੁੜੋ ਜੀ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ। ਕਰ ਨਉ ਨਿਦ ਆਵੈ ਥਾਏ, ਕਰ ਨਉ ਨਿਦ ਆਵੈ ਥਾਏ, ਕਰ ਨਉ ਨਿਦ। ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਈ, ਸਭ ਥਾਈ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਕਰਨੋ ਨਿਦ ਆਵੇ ਤਾਏ, ਕਰਨੋ ਨਿਦ ਆਵੇ ਤਾਏ, ਕਰਨੋ ਨਿਦ ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਸੋ ਸਾਧ ਸੰਗਤ ਦੀ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਜੋ ਸੰਪਤ ਆਪਣੀ ਕਰ ਮਾਨੀ, ਛਿਨ ਮਹਿ ਭਈ ਪਰਾਈ। ਕਹੋ ਨਾਨਕ ਯਹ ਸੋਚ ਰਹੀ ਮਨ, ਹਰ ਜਸ ਕਬਹੂ ਨਾ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ